ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੀਰਵਾਰ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹੋ ਚੁੱਕੇ ਹਾਂ ਜੀ। ਤੇ ਵੀਰਵਾਰ ਨੂੰ ਗੱਲਬਾਤ ਕਰਦੇ ਹੁੰਦੇ ਆਪਾਂ ਹਰਪ੍ਰੀਤ ਜਵੰਦਾ ਸਾਹਿਬ ਦੇ ਨਾਲ। ਸੋ ਇੱਕ ਕਹਾਣੀ ਜਿਹੜੀ ਕਿ ਪਹਿਲਾਂ ਸ਼ੇਅਰ ਕਰ ਲੈਂਦੇ ਮੇਰੇ ਨਾਲ ਸੰਦੀਪ ਸਿੰਘ, ਆਪਾਂ ਇਸ ਕਹਾਣੀ 'ਤੇ ਅੱਜ ਗੱਲਬਾਤ ਕਰਨੀ ਆ, ਇਸ ਵਾਰਤਾਲਾਪ 'ਤੇ ਗੱਲਬਾਤ ਕਰਨੀ ਆ। ਅੱਜ ਕਹਿੰਦੇ ਸਰਪ੍ਰਾਈਜ਼ ਹੀ ਰਹਿਣ ਦਿਓ। ਸੋ ਕਿਹੜਾ ਸਰਪ੍ਰਾਈਜ਼ ਹੋਊਗਾ, ਕਿਹੜੀ ਕਹਾਣੀ ਹੋਊਗੀ ਜਵੰਦਾ ਸਾਹਿਬ ਦੇ ਜਵਾਨੀ, ਆਪਾਂ ਸੁਣਾਂਗੇ ਜੀ ਸਾਰੇ। ਤੇ ਇੱਕ ਮੈਂ ਨਾ ਪਿਛਲੇ ਕੋਈ 3-4 ਸਾਲ ਪਹਿਲਾਂ ਬਹੁਤ ਹੀ ਵਧੀਆ ਇੱਕ ਕਹਾਣੀ ਸ਼ੇਅਰ ਕੀਤੀ ਸੀ। ਤੇ ਉਹ ਜਦੋਂ ਕਹਿੰਦੇ ਸਾਲ ਲੰਘਦਾ ਨਾ, ਪੂਰਾ ਸਾਲ ਬਾਅਦ ਉਹ ਦਿਨ ਆਉਂਦਾ ਤੇ ਫੇਸਬੁੱਕ ਕਹਿੰਦੀ ਵੀ ਪਿਛਲੇ ਸਾਲ ਤੋਂ ਆਹ ਕਹਾਣੀ ਇੱਕ ਤੇਰਾ ਜਿਹੜੀ ਬੈਕ ਹਿਸਟਰੀ ਆ ਉਹ ਆਹ ਹੈ ਪਿਛਲੇ ਸਾਲ ਦੀ ਇਸ ਦਿਨ ਦੀ। ਤੇ ਉਹ 3 ਸਾਲ ਪਹਿਲਾਂ ਦੀ ਜਿਹੜੀ ਕਹਾਣੀ ਲਿਖੀ ਹੋਈ ਅੱਗੋਂ ਮੈਂ ਕਿਤੋਂ ਕਾਪੀ ਕੀਤੀ ਸੀਗੀ ਅੱਗੇ ਦੀ ਅੱਗੇ, ਤੇ ਉਹ ਮੈਂ ਫਿਰ ਦੁਬਾਰਾ ਸਾਂਝੀ ਕੀਤੀ, ਬਹੁਤ ਹੀ ਵਧੀਆ ਸੀਗੀ। ਤੇ ਜਵੰਦਾ ਸਾਹਿਬ ਨੇ ਕਮੈਂਟ ਲਿਖਿਆ, ਕਹਿੰਦੇ ਯਾਰ ਇਹ ਤਾਂ ਮੈਂ ਲਿਖੀ ਆ। ਮੈਂ ਕਿਹਾ ਜੀ ਬਹੁਤ ਵਧੀਆ, ਪਰ ਉਹ ਜ਼ਰੂਰ ਜਿਹੜੇ ਵੀ ਕਹਾਣੀ ਦਾ ਰਾਈਟਰ ਹੁੰਦਾ ਨਾ ਉਹਦਾ ਨਾਮ ਲਿਖਣਾ ਬਹੁਤ ਜ਼ਿਆਦਾ ਜ਼ਰੂਰੀ ਆ। ਸੋ ਅੱਗੇ ਦੀ ਅੱਗੇ ਕਿਸ ਤਰ੍ਹਾਂ ਆਈ। ਸੋ ਮੇਰਾ ਕਹਿਣ ਦਾ ਮਤਲਬ ਇਹੀ ਸੀਗਾ ਕਿ ਅੱਜ ਤੋਂ ਜਦੋਂ ਦੇ ਮੈਨੂੰ ਮਤਲਬ ਦੇਖਿਆ ਜਾਂ ਪੜ੍ਹਨਾ ਮਤਲਬ ਫੇਸਬੁੱਕ 'ਤੇ ਜਵੰਦਾ ਸਾਹਿਬ ਬਾਰੇ ਲਿਖਿਆ, ਤੇ ਮੈਂ ਕੋਈ ਕਹਾਣੀ ਮਿਸ ਨਹੀਂ ਕਰਦਾ ਇਹਨਾਂ ਦੀ ਹਰ ਰੋਜ਼। ਤੇ ਈਵਨ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਨਾ ਥੋੜ੍ਹਾ ਜਿਹਾ ਟਾਈਮ ਕੱਢ ਲਈਦਾ, ਯਾਰ ਦੇਖੋ ਕਿ ਬਾਈ ਜੀ ਹੁਣਾਂ ਨੇ ਕੁਛ ਲਿਖਿਆ ਉਹਨੂੰ ਪੜ੍ਹ ਲਈਏ, ਕਿਉਂਕਿ ਕੁਛ ਨਾ ਕੁਛ ਉਹ 'ਚੋਂ ਸੇਧ ਮਿਲ ਜਾਂਦੀ ਆ। ਜ਼ਰੂਰ ਫੇਸਬੁੱਕ 'ਤੇ ਤੁਸੀਂ ਜਾਓਗੇ ਹਰਪ੍ਰੀਤ ਜਵੰਦਾ ਪਾਓਗੇ ਨਾ, ਉੱਥੇ ਬਾਈ ਜੀ ਹੁਣਾਂ ਦੀਆਂ ਤੁਹਾਨੂੰ ਕਹਾਣੀਆਂ ਲਿਖੀਆਂ ਪੁਰਾਣੀਆਂ 3-4-5 ਸਾਲ ਜਦੋਂ ਇਹਨਾਂ ਨੇ ਦੱਸਿਆ ਸੀ ਕਿ ਸ਼ੁਰੂ ਕੀਤੀਆਂ ਉਦੋਂ ਤੋਂ ਕਹਾਣੀਆਂ ਮਿਲਣਗੀਆਂ ਤੁਹਾਨੂੰ। ਤੇ ਜ਼ਰੂਰ ਪੜ੍ਹਿਆ ਕਰੋ, ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਹੈ। ਪਾਰਟ 1 'ਚ ਇਹ ਗੱਲਬਾਤ ਕਰਾਂਗੇ ਆਪਾਂ, ਤੇ ਪਾਰਟ 2 ਦੇ ਵਿੱਚ ਜਿਹੜੀਆਂ ਹੁਣ ਵੋਟਾਂ ਆ ਰਹੀਆਂ ਜੀ, ਤੇ ਕੱਲ੍ਹ ਵੀ ਆਪਾਂ ਪ੍ਰੋਗਰਾਮ ਕੀਤਾ ਸੀ ਇਲੈਕਸ਼ਨ 'ਤੇ ਵਿਨੀਪੈਗ ਦੇ ਵਿੱਚ ਦੇਖਾਂਗੇ ਕਿ ਲੋਕ ਕੀ ਸੋਚਦੇ ਆ, ਉੱਥੋਂ ਦੇ ਆਮ ਲੋਕ ਕੀ ਸੋਚਦੇ ਆ। ਜਿਹੜੀ 20 ਸਤੰਬਰ ਨੂੰ ਫੈਡਰਲ ਇਲੈਕਸ਼ਨ ਹੋ ਰਹੀ ਆ, ਸੋ ਉੱਥੋਂ ਦੇ ਲੋਕ ਤੇ ਜਵੰਦਾ ਸਾਹਿਬ ਦੇ ਜ਼ਬਾਨੀ ਵਿਨੀਪੈਗ ਸ਼ਹਿਰ ਦੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਜਵੰਦਾ ਸਾਹਿਬ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹਰ ਸਾਹਿਬ ਸਤਿ ਸ਼੍ਰੀ ਅਕਾਲ, ਮਿਹਰਬਾਨੀ, ਸ਼ੁਕਰੀਆ, ਜਿਉਂਦੇ ਵਾਸਤੇ ਰਹੋ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਇਨਵਾਈਟ ਕੀਤਾ ਜੀ। ਤੇ ਜਿਹੜੇ ਨਾਲ ਦਰਸ਼ਕ ਜੁੜ ਚੁੱਕੇ ਨੇ ਉਹਨਾਂ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜਵੰਦਾ ਸਾਹਿਬ, ਕਿਹੜਾ ਸਰਪ੍ਰਾਈਜ਼ ਦੇਣਾ ਤੁਸੀਂ ਅੱਜ ਜੀ? ਸਰਪ੍ਰਾਈਜ਼ ਬਰਾੜ ਸਾਹਿਬ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਤੁਸੀਂ ਹੁਣੇ ਇੱਕ ਭੂਮਿਕਾ ਬੰਨੀ ਹੈ ਕਿ ਜਿਹੜੀ ਵੀ ਅਸੀਂ ਕੋਈ ਚੀਜ਼ ਦੇਖਦੇ ਹਾਂ ਫੇਸਬੁੱਕ ਤੇ ਉਹ 2-3-4 ਸਾਲ ਬਾਅਦ ਰਿਪੀਟ ਹੁੰਦੀ ਹੈ ਜੀ। ਉਹ ਰੈਪੀਟੀਸ਼ਨ ਜਿਹੜੀ ਹੈ ਉਹ ਤੁਹਾਨੂੰ ਇੱਕ ਐਸਾ ਤੁਹਾਡੇ ਮਨ 'ਤੇ ਇੱਕ ਐਸਾ ਮਾਹੌਲ ਸਿਰਜ ਦਿੰਦੀ ਹੈ ਜਿਹੜੀ ਤੁਹਾਨੂੰ ਫੋਰਸ ਕਰਦੀ ਹੈ ਕਿ ਤੁਸੀਂ ਅਤੀਤ ਵਿੱਚ ਜਾ ਕੇ ਚੰਗੀ ਚੀਜ਼ ਚੱਕ ਕੇ ਤੇ ਉਹ ਪ੍ਰੈਜ਼ੈਂਟ ਜਿਹੜੇ ਨੇ ਆਪਣੇ ਨਾਲ ਕੰਟੈਂਪਰੇਰੀ ਜੁੜੇ ਹੋਏ ਨੇ ਉਹਨਾਂ ਨਾਲ ਤੁਸੀਂ ਸ਼ੇਅਰ ਕਰੋ ਜੀ। ਤੇ ਜਿਸ ਤਰ੍ਹਾਂ ਤੁਸੀਂ ਹੁਣੇ ਕਿਹਾ ਕਿ ਇੱਕ ਐਸਾ ਲਾਈਕ ਜਦੋਂ ਤੋਂ ਤੁਸੀਂ ਸ਼ੁਰੂ ਕੀਤਾ ਹੈ ਪੜ੍ਹਨਾ ਸ਼ੁਰੂ ਕੀਤਾ, ਇੱਕ ਐਸਾ ਮਾਹੌਲ ਦੇਖਿਆ ਤੁਸੀਂ ਕਿ ਫੇਸਬੁੱਕ ਜਿਹੜੀ ਹੈ ਉਹ ਤੁਹਾਨੂੰ ਰਿਪੀਟ ਕਰਕੇ ਜੋ ਵੀ ਤੁਸੀਂ ਪਾਸਟ ਵਿੱਚ ਲਿਖਿਆ ਹੁੰਦਾ ਤੁਹਾਡੇ ਸਾਹਮਣੇ ਉਹ ਸਰਵ ਕਰ ਦਿੰਦੀ ਹੈ ਤੁਹਾਡੇ। ਤੇ ਮੈਂ ਤੁਹਾਨੂੰ ਇੱਕ ਸਟੋਰੀ ਤੁਹਾਨੂੰ ਮੈਂ ਦੱਸਦਾ, ਸਟੋਰੀ ਨਹੀਂ ਕਹਿ ਸਕਦਾ ਕਿ ਇੱਕ ਅਸਲੀ ਵਾਪਰਿਆ ਵਾਰਤਕ ਹੈ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਜੀ। ਜਿਹੜਾ ਇਹ ਹੈ ਕਿ ਜਿਹੜੇ ਉੱਗਦੇ ਸੂਰਜ ਨੂੰ ਸਲਾਮਾ ਕਰਦੀ ਦੁਨੀਆ, ਤੇ ਉਹ ਸੂਰਜ ਤੁਹਾਡਾ ਡੁੱਬਦਾ ਹੈ ਜਾਂ ਤੁਹਾਡਾ ਪ੍ਰੋਪਰਲੀ ਚੜਿਆ ਨਹੀਂ ਹੁੰਦਾ ਤੇ ਤੁਹਾਨੂੰ ਇਗਨੋਰ ਕਰਦੇ ਹੈ। ਇੱਕ ਯੰਗਸਟਰ ਕੁੜੀ ਹੈ ਤੇ ਬੇਟੀ ਹੈ, ਕਹਿ ਲਓ ਭੈਣ ਹੈ, ਕਹਿ ਲਓ, ਉਹਦੀ ਕਹਾਣੀ ਹੈ, ਸੱਚੀ ਵਾਪਰੀ ਹੈ, ਸਾਡੇ ਆਸੇ ਪਾਸੇ ਵਾਪਰੀ ਹੈ ਜੀ। ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਕਿ ਉਹਦੇ ਨਾਲ ਜਦੋਂ ਮਾਪਿਓ ਜਿਹੜੇ ਸੀ ਉਹ ਪਿੰਡਾਂ ਥਾਵਾਂ ਤੋਂ ਸਨ, ਗਰੀਬ ਸਨ ਕਹਿ ਲਓ ਜਾਂ ਹਿਮਾਚਲ ਕਹਿ ਲਓ, ਹਾਂਜੀ ਜੀ। ਤੇ ਆਪ ਵੀ ਪਰਸਨੈਲਿਟੀ ਜਿਹੜੀ ਹੈ, ਪਰਸਨੈਲਿਟੀ ਦੇ ਕਈ ਰੰਗ ਰੂਪ ਹੁੰਦੇ ਆ ਜੀ। ਕਈ ਵਾਰੀ ਤੁਹਾਨੂੰ ਉਹ ਚੀਜ਼ਾਂ ਨਹੀਂ ਤੁਸੀਂ ਤੁਹਾਡੀ ਪਰਸਨੈਲਿਟੀ 'ਚ ਹੁੰਦੀਆਂ ਫੇਸ ਰੂਪ 'ਚ, ਲਾਈਕ ਤੁਹਾਡੇ ਜਿਹੜੀ ਆਊਟਰ ਵੈਲਿਊ ਹੈਗੀ ਆ, ਆਊਟਰ ਜਿਹੜੀ ਤੁਹਾਡਾ ਐਕਸਪ੍ਰੈਸ਼ਨ ਹੈ ਉਸ ਰੂਪ 'ਚ ਤੁਹਾਡੇ 'ਚ ਨਹੀਂ ਹੁੰਦੀਆਂ ਜਿਹੜੀਆਂ ਦੁਨੀਆ ਤੁਹਾਡੇ ਤੋਂ ਐਕਸਪੈਕਟ ਕਰਦੀ ਹੈ, ਠੀਕ ਹੈ ਜੀ। ਅੱਜ ਕੱਲ੍ਹ ਫੇਸ ਵੈਲਿਊ ਜਿਹੜੀ ਆ ਉਹਦੀ ਕੀਮਤ ਜਿਹੜੀ ਹੈ ਉਹ ਲੋਕਾਂ ਨੇ ਬਹੁਤ ਵਧਾ ਦਿੱਤੀ ਹੈ, ਲੇਕਿਨ ਜਿਹੜੀ ਇਨਰ ਤੁਹਾਡੀ ਕੁਆਲਿਟੀਜ਼ ਹੈ ਉਹਨਾਂ ਨੂੰ ਕੋਈ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ ਜਾਂਦੀ ਜ਼ਿਆਦਾਤਰ ਤੌਰ 'ਤੇ।
ਤੇ ਉਹ ਇੱਕ ਐਸੀ ਯੰਗਸਟਰ ਬੇਟੀ ਦੀ ਕਹਾਣੀ ਹੈ, ਮੈਂ ਉਹ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਕਿ 20 ਕੁ ਸਾਲ ਪਹਿਲੇ ਵੇਲੇ ਸਮਿਆਂ ਦੀ ਗੱਲ ਹੈ। ਜਿਸ ਦਿਨ ਵੀ ਕਿਸੇ ਨੇ ਮੈਨੂੰ ਦੇਖਣ ਆਉਣਾ ਹੁੰਦਾ, ਮੇਰੀ ਮਾਂ ਦੇ ਨਾਲ ਮੇਰੇ ਪਾਪਾ ਜੀ ਦਾ ਵੀ ਪੂਰਾ ਜ਼ੋਰ ਲੱਗ ਜਾਂਦਾ ਜੀ। ਉਹ ਫਾਰਮ ਹਾਊਸ ਨੂੰ ਆਉਂਦਾ ਹਰ ਰਾਤ ਸਾਫ਼ ਕਰਦੇ। ਉਚੇਚਾ ਡੰਗਰ ਵਿਹੜੇ ਚੋਂ ਖੋਲ ਕੇ ਦੂਰ ਬੰਨ ਕੇ ਆਇਆ ਕਰਦੇ ਜੀ। ਖਾਣ ਪੀਣ ਦੇ ਕਿੰਨੇ ਸਾਰੇ ਟੇਬਲ ਕੁਰਸੀਆਂ ਵੀ ਲਗਾਏ ਜਾਂਦੇ। ਸਾਰੇ ਕੁਝ ਦਾ ਐਨ ਸਲੀਕੇ ਜਿਹੇ ਨਾਲ ਬੰਦੋਬਸਤ ਕਰ ਦਿੱਤਾ ਜਾਂਦਾ। ਮਿੱਥੇ ਦਿਨ ਉਹ ਵਾਵਰੋਲੇ ਵਾਂਗ ਆਉਂਦੇ, ਯਾਨੀ ਕਿ ਵੇਖਣ ਵਾਲੇ ਜਿਹੜੇ ਨੇ ਵਾਵਰੋਲੇ ਵਾਂਗ ਆਉਂਦੇ, ਇੱਧਰ ਉੱਧਰ ਝਾਤੀਆਂ ਮਾਰਦੇ, ਫਿਰ ਆਪੋ ਵਿੱਚ ਖੁਸਰ ਫੁਸਰ ਹੁੰਦੀ ਤੇ ਮੁੜ ਘੰਟੇ 2 ਘੰਟੇ ਬਾਅਦ ਖਾ ਪੀ ਕੇ ਆਉ ਗਏ ਹੋ ਜਾਂਦੇ, ਯਾਨੀ ਕਿ ਚਲੇ ਜਾਂਦੇ। ਅਤੇ ਮਗਰੋਂ ਕੱਚੇ ਪਹੇ ਤੇ ਵਾਹੋਦਾਹੀ ਭੱਜੀਆਂ ਜਾਂਦੀਆਂ ਕਿੰਨੀਆਂ ਸਾਰੀਆਂ ਕਾਰਾਂ ਦੇ ਕਾਫਲੇ ਵੱਲੋਂ ਉਡਾਇਆ ਜਾਂਦਾ ਘੱਟਾ ਅਤੇ ਰੇਤ ਦਾ ਵੱਡਾ ਸਾਰਾ ਗੁਬਾਰ ਦੇਖ ਮੈਂ ਸਮਝ ਆਇਆ ਕਰਦੀ ਕਿ ਦੇਖਾ ਦਿਖਾਈ ਵਾਲੀ ਕਾਰਵਾਈ ਮਹਿਜ਼ ਇੱਕ ਡਰਾਮਾ ਸੀ ਜੀ। ਫਿਰ ਮੇਰਾ ਬਾਪੂ ਜੀ ਜਦੋਂ ਮੇਰੇ ਸਿਰ ਤੇ ਪੋਲਾ ਜਿਹਾ ਹੱਥ ਫੇਰ ਮੈਨੂੰ ਹੌਸਲਾ ਜਿਹਾ ਦਿੰਦਾ ਤਾਂ ਫਿਰ ਮੈਨੂੰ ਇਹ ਗੱਲ ਹੋਰ ਪੱਕੀ ਤਰ੍ਹਾਂ ਪਤਾ ਲੱਗ ਜਾਂਦੀ ਕਿ ਉਸ ਦੇ ਅੰਦਰ ਕਿੰਨੀ ਸਾਰੀ ਟੁੱਟ ਭੱਜ ਚੱਲ ਰਹੀ ਹੁੰਦੀ। ਮੇਰਾ ਰੰਗ ਇੰਨਾ ਸਾਫ਼ ਨਹੀਂ ਸੀ, ਬਸ ਠੀਕ ਠਾਕ ਕਣਕ ਵਰਨਾ ਜਿਹਾ। ਕਣਸੂਆਂ ਲੈਂਦੇ ਬਹੁਤ ਸਾਰੇ ਰਿਸ਼ਤੇਦਾਰਾਂ ਦੀ ਪਹੁੰਚ ਬਸ ਮੈਨੂੰ ਰੰਗ ਗੋਰਾ ਕਰਨ ਵਾਲੀਆਂ ਕਰੀਮਾਂ ਦੇ ਨਾਮ ਦੱਸਣ ਤੱਕ ਹੀ ਸੀਮਤ ਸੀ। ਮੈਂ ਲਾਈਨ ਦੁਆਰਾ ਪੜ੍ਹਦਾ ਜੀ। ਮੇਰਾ ਰੰਗ ਇੰਨਾ ਸਾਫ਼ ਨਹੀਂ ਸੀ, ਬਸ ਠੀਕ ਠਾਕ ਕਣਕ ਵਰਨਾ ਜਿਹਾ। ਜੀ। ਕਨਸੂਆਂ ਲੈਂਦੇ ਬਹੁਤ ਸਾਰੇ ਰਿਸ਼ਤੇਦਾਰਾਂ ਦੀ ਪਹੁੰਚ ਮੈਨੂੰ ਰੰਗ ਗੋਰਾ ਕਰਨ ਵਾਲੀਆਂ ਕਰੀਮਾਂ ਦੇ ਨਾਮ ਦੱਸਣ ਤੱਕ ਹੀ ਸੀਮਤ ਸੀ। ਯਾਨੀ ਕਿ ਉਹ ਇਹ ਸੁਜੈਸ਼ਨ ਦਿੰਦੇ ਹੁੰਦੇ ਸੀ ਜੀ ਕਿ ਆਹ ਕਰੀਮ ਹੈ ਇਹਦੇ ਨਾਲ ਰੰਗ ਗੋਰਾ ਹੁੰਦਾ ਹੈ, ਇਹ ਕਰੀਮ ਹੈ ਇਹਦੇ ਨਾਲ ਰੰਗ ਸਾਫ਼ ਹੁੰਦਾ ਹੈ। 10 ਕਿੱਲਿਆਂ ਦੀ ਖੇਤੀ ਵਾਲੇ 4 ਬੱਚਿਆਂ ਦੇ ਬਾਪ ਦੀ ਇੰਨੀ ਪਹੁੰਚ ਨਹੀਂ ਸੀ ਕਿ ਵੱਡੀ ਧੀ ਨੂੰ MSc ਤੋਂ ਵੱਧ ਪੜ੍ਹਾਈ ਕਰਵਾ ਸਕਦਾ। MSc ਕੀਤੀ ਸੀ ਬੇਟੀ ਨੇ, ਉਸ ਤੋਂ ਵੱਧ ਨਹੀਂ ਸੀ ਕਰਵਾ ਸਕਦਾ ਬਾਪ ਉਹਨਾਂ ਦਾ। 3 ਭੈਣ ਭਰਾ ਹੋਰ ਵੀ ਸਨ। ਅਖੀਰ ਇੱਕ ਦਿਨ ਮੈਂ ਦਿਲ ਦੀ ਗੱਲ ਖੋਲ ਹੀ ਦਿੱਤੀ, ਆਖਿਆ ਮੈਂ ਤਿਆਰੀ ਕਰਨੀ ਹੈ ਜੀ। ਮੈਨੂੰ ਉਸੇ ਵੇਲੇ ਆਪਣਾ ਸਾਰਾ ਟੂਮ ਛੱਲਾ ਗਹਿਣੇ ਪਾ ਦਿੱਤਾ ਜਾਂ ਗਿਰਵੀ ਰੱਖ ਦਿੱਤਾ। ਹਫ਼ਤੇ ਬਾਅਦ ਹੀ ਚੰਡੀਗੜ੍ਹ ਇਮਤਿਹਾਨ ਦੀ ਤਿਆਰੀ ਵਾਲੇ ਸੈਂਟਰ ਪਹੁੰਚ ਗਈ। ਪਾਗਲਪਨ ਦੀ ਹੱਦ ਤੱਕ ਅੱਪੜ ਗਿਆ ਇੱਕ ਜਨੂਨ ਸੀ ਜੀ, ਕੁਝ ਬਣਨ ਦਾ। ਸੁਪਨਿਆਂ ਵਿੱਚ ਵੀ ਘੱਟਾ ਉਡਾਉਂਦੀਆਂ ਤੁਰੀਆਂ ਜਾਂਦੀਆਂ ਕਾਰਾਂ ਦੇ ਕਾਫਲੇ ਆ ਜਾਂਦੇ ਅਤੇ ਮੈਂ ਉੱਪੜਵਾਏ ਉੱਠ ਪੜ੍ਹਨ ਬੈਠ ਜਾਇਆ ਕਰਦੀ ਜੀ। ਫਿਰ ਬੈਂਕ ਪ੍ਰਸ਼ਾਸਨਿਕ ਅਧਿਕਾਰੀ ਦਾ ਨਿਯੁਕਤੀ ਪੱਤਰ ਮਿਲਦਿਆਂ ਹੀ ਰਿਸ਼ਤਿਆਂ ਦਾ ਜਿਵੇਂ ਹੜ੍ਹ ਆ ਗਿਆ ਹੋਵੇ ਜੀ। ਇੱਕ ਦਿਨ ਵਿਚੋਲੇ ਨੇ ਆ ਕੇ ਦੱਸਿਆ ਕਿ ਮੁੰਡੇ ਵਾਲਿਆਂ ਨੂੰ ਮੈਂ ਪਸੰਦ ਹਾਂ। ਬਸ ਉਹ ਵਿਆਹ ਦੀ ਤਰੀਕ ਬਾਰੇ ਹੀ ਗੱਲ ਕਰਨੀ ਚਾਹੁੰਦੇ ਨੇ। ਮੈਂ ਹੈਰਾਨ ਸਾਂ ਕਿ ਬਿਨਾਂ ਦੇਖਿਆਂ ਕੋਈ ਕਿਸੇ ਨੂੰ ਕਿੱਦਾਂ ਪਸੰਦ ਕਰ ਸਕਦਾ ਹੈ। ਆਖਰ ਆਖਣ ਲੱਗਾ, ਕੀ ਦੇਖਣਾ ਤੇ ਕੀ ਜਾਣਨਾ ਜੀ, ਉਹਨਾਂ ਨੂੰ ਤੁਹਾਡੇ ਬਾਰੇ ਸਭ ਕੁਝ ਪਹਿਲਾਂ ਹੀ ਪਤਾ ਹੈ ਜੀ। ਉਹਨਾਂ ਤੋਂ ਸਭ ਕੁਝ ਪਹਿਲਾਂ ਹੀ ਪਤਾ ਕਰਕੇ ਰੱਖਿਆ ਹੋਇਆ। ਪਰ ਹੁਣ ਮੈਂ ਤੇ ਬਿਨਾਂ ਦੇਖਿਆ ਨਹੀਂ ਕਰ ਸਕਦੀ। ਉਸਨੂੰ ਚੰਗੀ ਤਰ੍ਹਾਂ ਵੇਖੂੰਗੀ ਵੀ ਅਤੇ ਇੱਕ ਇੱਕ ਗੱਲ ਦੀ ਪਰਖ ਵੀ ਜ਼ਰੂਰ ਕਰਾਂਗੀ। ਮੈਂ ਆਪ ਮੁਹਾਰੇ ਹੀ ਜਵਾਬ ਦੇ ਦਿੱਤਾ ਜੀ। ਇਸ ਵਾਰ ਮੇਰੇ ਪਿਤਾ ਜੀ ਦੇ ਚਿਹਰੇ ਤੇ ਪਸਰ ਗਈ ਮਿੱਠੀ ਜਿਹੀ ਮੁਸਕਰਾਹਟ ਬੜਾ ਕੁਝ ਬਿਆਨ ਕਰ ਰਹੀ ਸੀ। ਮੇਰੇ ਸਿਰ ਤੇ ਹੱਥ ਫੇਰਦਾ ਉਹਨਾਂ ਦਾ ਪੋਲਾ ਜਿਹਾ ਹੱਥ ਮੈਨੂੰ ਦਿਲਾਸਾ ਨਹੀਂ ਸਗੋਂ ਮੇਰੀ ਦ੍ਰਿੜਤਾ ਨੂੰ ਹੋਰ ਪੱਕੀਆਂ ਕਰ ਰਿਹਾ ਸੀ। ਇਸੇ ਦੌਰਾਨ ਵਿਚੋਲੇ ਨੇ ਪਾਣੀ ਦਾ ਗਲਾਸ ਮੰਗਿਆ ਤੇ ਫਿਰ ਖਾਲੀ ਗਲਾਸ ਟੇਬਲ ਤੇ ਰੱਖ ਸਿਰਫ ਇੰਨੀ ਗੱਲ ਆਖ
ਸਕੂਟਰ ਨੂੰ ਕਿੱਕ ਮਾਰ ਕੇ ਚਲਾ ਗਿਆ ਜੀ। ਜਿੱਦਾਂ ਤੁਹਾਡੀ ਮਰਜ਼ੀ ਦੀ, ਮੇਰਾ ਕੰਮ ਤੇ ਬਸ ਸੁਨੇਹਾ ਦੇਣਾ ਸੀ। ਹੂੰ। ਇਸ ਵਾਰ ਮੇਰੀ ਨਜ਼ਰ ਅਕਸਰ ਹੀ ਮੇਰੇ ਤੇ ਮੇਰੇ ਪਰਿਵਾਰ ਦੇ ਜਜ਼ਬਾਤਾਂ ਦਾ ਘਾਣ ਕਰਕੇ ਧੂੜ ਉਡਾਈ ਜਾਂਦਾ ਅਣਗਿਣਤ ਕਾਰਾਂ ਦਾ ਇੱਕ ਵੱਡਾ ਕਾਫਲਾ ਨਹੀਂ, ਸਗੋਂ ਨਿਗੋਣੇ ਜਿਹੇ ਸਕੂਟਰ ਦੇ ਵਜੂਦ ਵਿੱਚੋਂ ਨਿਕਲਿਆ ਹੋਇਆ ਧੂਏ ਦਾ ਉਹ ਗੁਬਾਰ ਵੇਖ ਰਹੀ ਸੀ ਜੀ, ਜਿਹੜਾ ਉਸੇ ਵੇਲੇ ਚੜ੍ਹ ਕੇ ਆਏ ਕਾਲੇ ਸਿਆਹ ਬੱਦਲਾਂ ਦੇ ਸਮੂਹ ਵਿੱਚੋਂ ਪੈਦਾ ਹੋ ਗਏ ਸ਼ਰਾਟੇ ਦੀਆਂ ਮੋਟੀਆਂ ਕਣੀਆਂ ਨਾਲ ਪਤਾ ਹੀ ਨਹੀਂ ਲੱਗਾ ਕਿੱਧਰ ਨੂੰ ਅਲੋਪ ਹੋ ਗਿਆ ਜੀ। ਠੀਕ ਹੈ ਜੀ। ਤੋ ਇਹ ਅਸਲ ਵਾਪਰਿਆ ਵਰਤਾਰਾ ਜੀ ਸਾਡੇ ਸਾਹਮਣੇ ਹੋਇਆ ਸੀ 30 ਸਾਲ ਪਹਿਲੇ। ਇੱਕ ਬੇਟੀ ਸੀ, ਉਹਨੂੰ ਬਹੁਤ ਸਾਰੇ ਰਿਸ਼ਤੇ ਜਿਹੜੇ ਇਗਨੋਰ ਹੋਏ ਜੀ, ਵਾਰ-ਵਾਰ ਉਹਨੂੰ ਦੇਖਣੋਂ ਆਉਂਦੇ ਸੀ, ਘਰੇ ਜਲੀਲ ਕੀਤਾ ਜਾਂਦਾ ਸੀ ਔਰ ਇੱਕ ਖਾਈ ਦੇ ਬਹਾਨੇ ਖਾ ਪੀ ਕੇ ਪਤਾ ਨਹੀਂ ਕਿੰਨੇ ਲੋਕ ਉੱਥੋਂ ਚਲੇ ਜਾਂਦੇ ਸੀ, ਪਰ ਬਾਅਦ ਕਈਆਂ ਨੇ ਜਵਾਬ ਵੀ ਨਹੀਂ ਦੱਸਣਾ ਹੁੰਦਾ ਸੀ ਕਿ ਸਾਨੂੰ ਬੇਟੀ ਪਸੰਦ ਹੈ ਕਿ ਨਹੀਂ ਪਸੰਦ ਜੀ। ਫਿਰ ਉਹ ਨੇ ਹਮਲਾ ਮਾਰਿਆ ਜੀ। ਜਵੰਦਾ ਸਾਹਿਬ ਇਹ ਕਹਾਣੀ ਵੀ ਮੈਂ ਪੜ੍ਹੀ ਹੋਈ ਆ ਤੁਹਾਡੀ, ਪਹਿਲਾਂ ਪੜ੍ਹੀ ਹੋਈ ਆ ਕਹਾਣੀ। ਮੈਨੂੰ ਲੱਗਦਾ ਕਦੋਂ ਦੀ ਹੈ ਜੀ, ਕਾਫੀ ਦੇਰ ਪਹਿਲਾਂ ਮੈਂ ਪੜ੍ਹ ਚੁੱਕਾ ਇਹ ਆਲਰੇਡੀ। ਔਰ ਦੇਖੋ ਜਿਵੇਂ ਨਾ ਹੁਣ ਕਈ ਵਾਰ ਮੈਂ ਸਿਆਣੇ ਸੁਲਝੇ ਹੋਏ ਪਰਿਵਾਰ ਕਹੂੰਗਾ, ਜਵੰਦਾ ਸਾਹਿਬ ਜਦੋਂ ਲੜਕੀ ਦੇਖਣ ਜਾਂਦੇ ਆ ਨਾ, ਉਹਨਾਂ ਦੇ ਜ਼ੁਬਾਨੀ ਇਹ ਗੱਲ ਸੁਣੀ ਜਾਂਦੀ ਆ ਕਿ ਭਾਈ ਅਸੀਂ ਪਹਿਲਾਂ ਹੀ ਦੇਖਣ ਤੋਂ ਪਹਿਲਾਂ ਜੋ ਵੀ ਕੁਛ ਦੇਖਣਾ ਹੈ ਦੇਖ ਲਈਏ, ਪਰ ਜਦੋਂ ਅਸੀਂ ਇੱਕ ਵਾਰੀ ਲੜਕੀ ਨੂੰ ਦੇਖ ਲਿਆ ਨਾ, ਸਾਡੇ ਤੋਂ ਜਵਾਬ ਨਹੀਂ ਦਿੱਤਾ ਜਾਣਾ। ਔਰ ਨਾਲ ਸ਼ਬਦ ਹੁੰਦਾ ਅਸੀਂ ਵੀ ਧੀਆਂ ਭੈਣਾਂ ਵਾਲੇ ਹਾਂ, ਹੈ ਨਾ। ਇਹ ਜਿਹੜੀ ਸਟੋਰੀ ਦੇ ਵਿੱਚ ਨਾ ਮਤਲਬ ਡਗਾਈ ਨਾ ਦੇਖੀਏ ਕਿ ਆਪਾਂ ਨਾ ਜਿਵੇਂ ਕਿ ਮਤਲਬ ਭੱਜ ਕੇ ਦੇਖ ਆਓ ਜੀ 1 2 3, ਹੈ ਨਾ। ਸੋ ਉਸ ਬਾਪ ਤੇ, ਕਿਉਂਕਿ ਮੈਂ ਵੀ ਅੱਜ 3 ਧੀਆਂ ਦਾ ਬਾਪ ਹਾਂ ਜਵੰਦਾ ਸਾਹਿਬ, ਤੁਸੀਂ ਵੀ ਹੋਰ ਵੀ ਆਪਾਂ ਨੂੰ ਕਿੰਨੇ ਦੇਖ ਰਹੇ ਹੋਣੇ, ਹੈ ਨਾ। ਉਸ ਬਾਪ ਤੇ ਉਸ ਟਾਈਮ ਕੀ ਵਾਪਰਦੀ ਹੋਵੇਗੀ, ਹੈ ਨਾ, ਉਸ ਕੁੜੀ ਤੇ ਕੀ ਵਾਪਰਦੀ ਹੋਊਗੀ। ਅਤੇ ਜਦੋਂ ਫਿਰ ਉਹ ਪੜ੍ਹ ਕੇ ਸਾਰਾ ਕੁਛ ਐਜੂਕੇਸ਼ਨ ਲੈ ਲੈਂਦੀ ਆ, ਅਤੇ ਫਿਰ ਦੇਖਣ ਦੀ ਕੀ ਲੋੜ ਆ। ਗੱਲ ਕੁੜੀ ਨੂੰ ਦੇਖਣ ਦੀ ਨਹੀਂ ਜੀ, ਗੱਲ ਆ ਕਿ ਨੌਕਰੀ ਕਿੰਨੇ ਡਾਲਰ ਕਿੰਨੇ ਰੁਪਈਏ ਆਉਂਦੇ ਆ, ਉਹ ਜਦੋਂ ਆਲਰੇਡੀ ਦੇਖ ਲਏ ਤੇ ਫਿਰ ਕੋਈ ਕਹਿੰਦੇ ਰੰਗ ਰੂਪ ਨਹੀਂ, ਫਿਰ ਤਾਂ 2 ਹੀ ਰੰਗ ਬਣ ਜਾਂਦੇ ਆ ਜੀ। ਰੰਗ ਤਾਂ 2 ਹੀ ਹੁੰਦੇ ਆ, ਇੱਦਾਂ ਹੀ ਕਹਿੰਦੇ ਆ ਨਾ, ਇੱਕ ਕਣਕ ਵੰਨਾ ਤੇ ਇੱਕ ਦੂਸਰਾ ਸਾਵਲਾ ਜਿਹਾ, ਹੈ ਨਾ। ਰੰਗ ਕੋਈ ਗੱਲ ਨਹੀਂ। ਸੋ ਮੀਨਜ਼ ਕਿ ਇਹ ਚੀਜ਼ਾਂ ਜਵੰਦਾ ਸਾਹਿਬ ਅੱਜ ਮੈਂ ਇੱਕ ਹੋਰ ਪੜ੍ਹ ਰਹੀ, ਅੱਗੇ ਜਾ ਕੇ ਗੱਲ ਸ਼ੇਅਰ ਕਰੂੰਗਾ ਕਿ ਬੜਾ ਵਧੀਆ ਮਤਲਬ ਵਾਰਤਾਲਾਪ ਲਿਖਿਆ ਜਿਹੜੀਆਂ ਪੰਜਾਬ 'ਚ ਇਲੈਕਸ਼ਨ ਆ ਰਹੀਆਂ ਨਾ। ਸੁਖ ਜਗਰਾਉਂ ਮੇਰੇ ਅੱਛੇ ਦੋਸਤ ਆ ਜੀ, ਵਧੀਆ ਮੁੰਡਾ ਲਿਖਦਾ, ਚੰਗੇ ਕੰਮ ਕਰ ਰਿਹਾ, ਕਿਸਾਨੀ ਅੰਦੋਲਨ ਦੇ ਵਿੱਚ ਵੀ ਅੱਗੇ। ਉਹਨੇ ਅੱਜ ਦੀ ਵਾਰਤਾਲਾਪ ਲਿਖੀ ਇੱਕ ਬੜੀ ਸੋਹਣੀ ਕਿ ਕਿਸ ਤਰ੍ਹਾਂ ਲੋਕ ਗਰੀਬ ਦੀ ਜਿਹੜੀ ਜ਼ਿੰਦਗੀ ਹੈ ਨਾ, ਉਹ ਆਂਦੇ ਜਦੋਂ ਅਸੀਂ ਜੰਮਦੇ ਹਾਂ ਉਦੋਂ ਵੀ ਪੈਸੇ ਲੈ ਕੇ ਉਧਾਰੇ ਵਿਆਜੂ ਲੈ ਕੇ ਆਉਂਦੇ ਪਿੰਡਾਂ 'ਚੋਂ, ਔਰ ਵਿਆਜ ਵੀ ਜੇ 2% ਮਿਲਦਾ ਨਾ, 2% ਜਵੰਦਾ ਸਾਹਿਬ ਸਾਲ ਦਾ ਨਹੀਂ ਹੁੰਦਾ, ਮੰਥ ਦਾ, ਮੀਨਜ਼ ਸਾਲ ਦਾ 24% ਵਿਆਜ ਲੈ ਕੇ ਆਉਂਦੇ। ਅਸੀਂ ਜਵਾਕ ਜੰਮਦੇ ਹਾਂ ਤੇ ਦਾਈ ਨੂੰ ਪੈਸੇ ਦਿੱਤੇ ਜਾਂਦੇ ਆ, ਤੇ ਜਦੋਂ ਅਸੀਂ ਇਸ ਸੰਸਾਰ ਤੋਂ ਜਾਂਦੇ ਹਾਂ ਉਦੋਂ ਵੀ ਜਿਹੜਾ ਸਾਡਾ ਬਾਲਣ ਜਾਂ ਚਾਹੀਦਾ, ਕਿਸੇ ਦੇ ਮਨ ਮਿਹਰ ਪੈ ਜੇ ਤਾਂ ਠੀਕ ਹੈ, ਉਹ ਵੀ ਸਾਡੇ ਪਰਿਵਾਰ ਨੂੰ ਵਿਆਜੂ ਲੈ ਕੇ ਜਿਹੜਾ ਸਾਡੇ ਤੇ ਖਰਚ ਹੋਣਾ ਹੁੰਦਾ ਥੋੜਾ ਮੋਟਾ, ਉਹ ਲਾਉਣ ਤੇ ਹੀ ਲੱਗ ਜਾਂਦੀਆਂ। ਸੋ ਜਿਹੜੀ ਗਰੀਬੀ ਆ, ਹੈ ਨਾ। ਸੋ ਬਹੁਤ ਤੁਹਾਡੀ ਜਿਹੜੀ ਇਹ ਸਟੋਰੀ ਹੈ ਨਾ ਅੰਦਰ ਵੱਜਦੀ ਆ ਉਸ ਹਰ ਇਨਸਾਨ ਦੇ, ਤੇ ਇਹ ਤੋਂ ਸਿੱਖਣ ਨੂੰ ਉਹੀ ਜਵੰਦਾ ਸਾਹਿਬ ਜਿਵੇਂ ਮੈਂ ਦੱਸਿਆ ਨਾ, ਸਿਆਣੇ ਕਹਿੰਦੇ ਆ ਇਹ ਗੱਲ ਕਿ ਜਦੋਂ ਭਾਈ ਕਿਸੇ ਦੀ ਧੀ ਦੇਖਣ ਜਾਣਾ ਨਾ, ਅਸੀਂ ਵਾਪਸ ਨਹੀਂ ਆਉਣਾ ਜੀ। ਔਰ ਮੈਂ ਕਹੂੰਗਾ ਜਵੰਦਾ ਸਾਹਿਬ ਜੇ ਕੋਈ ਕਾਲ ਆਈ ਆਪਾਂ ਔਨ ਏਅਰ ਲਵਾਂਗੇ 905 673 9700 ਦੇ ਉੱਪਰ ਗੱਲ ਕਰ ਸਕਦੇ ਹਾਂ ਜੀ। ਜੀ ਵੀਰ ਜੀ, ਮੈਂ ਤਾਂ ਤੁਹਾਡੀ ਗੱਲ ਨਾਲ 100% ਸਹਿਮਤ ਹਾਂ ਜੀ, ਕਿਉਂਕਿ ਇਹ ਵਰਤਾਰਾ ਆਪਾਂ ਦੇਖਦੇ ਆਏ ਹਾਂ ਤੇ ਹੁਣ ਵੀ ਸਾਡੇ ਸਾਹਮਣੇ ਇਹ ਵਰਤਾਰਾ ਹੁੰਦਾ ਹੈ ਕਿਸੇ ਨਾ ਕਿਸੇ ਰੂਪ ਵਿੱਚ। ਔਰ ਜਿਹੜੇ ਹੁਣ ਜਿਹੜੇ ਬਾਹਰ ਆਉਣ ਤੇ ਕੰਟਰੈਕਟ ਮੈਰਿਜਸ ਹੁੰਦੀਆਂ ਔਰ ਬਾਅਦ ਜਿਹੜੀਆਂ ਕੰਪਲਿਕੇਸ਼ਨ ਆਉਂਦੀਆਂ ਹੈ ਨੇ ਜੀ, ਉਹਨਾਂ ਦਾ ਵੀ ਰੀਜ਼ਨ ਕਿਤੇ ਨਾ ਕਿਤੇ ਇਹ ਹੈ ਕਿ ਜਿਸ ਬਾਗ 'ਚ ਬਹੁਤ ਜ਼ਿਆਦਾ ਫਲ ਹੁੰਦਾ ਹੈ ਉੱਥੇ ਬਹੁਤ ਸਾਰੇ ਤੋਤੇ ਪਹੁੰਚ ਜਾਂਦੇ ਆ, ਔਰ ਉਹ ਤੋਤੇ ਜਿਹੜੇ ਆ ਉਹ ਅਮਰੂਦ ਤੇ ਹੋਰ ਜਿਹੜੇ ਫਲਦਾਰ ਬੂਟੇ ਆ ਉਹਨਾਂ ਦੇ ਤੋਂ ਖਾ ਕੇ ਤੇ ਬਾਕੀ ਜਿਹੜਾ ਸਮਾਨ ਥੱਲੇ ਸੁੱਟ ਕੇ ਤੇ ਉੱਡ ਜਾਂਦੇ ਆ। ਮਤਲਬ ਇਹ ਵਰਤਾਰਾ
ਬਹੁਤ ਕਾਮਨ ਹੋ ਗਿਆ। ਮੈਂ ਤੁਹਾਨੂੰ ਇੱਕ ਪਰਸਨਲ ਐਕਸਪੀਰੀਅੰਸ ਦੱਸਦਾ ਕਿ ਮੈਨੂੰ ਕਾਲ ਆਈ ਜੀ ਅੱਜ ਤੋਂ 10 ਸਾਲ ਪਹਿਲੇ। ਕਾਲ, ਮੈਂ ਉਦੋਂ ਕੈਨੇਡਾ 'ਚ ਮੈਨੂੰ 5 ਸਾਲ ਹੋਏ ਸੀ, 5-6 ਸਾਲ, ਤੇ ਮੈਨੂੰ ਇੱਕ ਮੇਰੇ ਰਿਸ਼ਤੇਦਾਰ ਨੇ ਕਾਲ ਕੀਤੀ ਕਿ ਮੇਰਾ ਵਿਆਹ ਕਰਵਾ ਦਿਓ ਕੈਨੇਡਾ 'ਚ ਜੀ। ਤੇ ਮੈਂ ਉਹਨਾਂ ਨੂੰ ਕਿਹਾ ਠੀਕ ਹੈ ਜੀ, ਮੈਂ ਦੇਖ ਲੈਣਾ ਕੋਈ ਕੁੜੀ ਜੀ ਯੰਗਸਟਰ ਸੀ, ਹੂੰ ਤੇ ਸੈਕਿੰਡ ਸੀ ਉਹਦਾ ਕਿ ਮੈਂ ਵਿਆਹ ਪੱਕੇ ਹੋਣ ਵਾਸਤੇ ਕਰਾਉਣਾ ਹੈ, ਪੱਕਾ ਨਹੀਂ ਕਰਾਉਣਾ ਹੈਗਾ। ਅੱਛਾ। ਕਿਉਂਕਿ ਮੈਂ ਇੱਥੇ ਮੈਂ ਕੁੜੀ ਪਸੰਦ ਕੀਤੀ ਹੋਈ ਇੰਡੀਆ 'ਚ, ਮੈਂ ਉੱਥੇ ਜਾ ਕੇ ਵਿਆਹ ਕਰਵਾ ਕੇ ਔਰ ਬਾਅਦ 'ਚ ਉਹਨੂੰ ਡਿਵੋਰਸ ਦੇ ਕੇ ਤੇ ਫਿਰ ਉਹ ਇੰਡੀਆ ਵਾਲੀ ਜਿਹੜੀ ਕੁੜੀ ਆ ਉਹ ਮੈਂ ਇੱਥੇ ਕੈਨੇਡਾ ਵਾਪਸ ਲੈ ਕੇ ਆਉਣੀ ਜੀ। ਮੈਂ 1-2 ਸੈਕਿੰਡ ਤੇ ਮੈਂ ਸ਼ੈਲ ਸ਼ੌਕ ਸੀ। ਉਦੋਂ ਇਹ ਵਰਤਾਰਾ ਹਾਲੇ ਸ਼ੁਰੂ ਹੋਇਆ ਸੀ, ਨਵਾਂ ਸ਼ੁਰੂ ਹੋਇਆ ਸੀ, ਤੇ ਮੈਂ ਸੋਚਦਾ ਸੀ, ਮੈਂ ਕਿਹਾ ਵੀ ਮਟੀਰੀਅਲਿਸਟਿਕ ਜਿਹੜਾ ਵਰਤਾਰਾ ਹੈ ਉਹਨੇ ਇੰਨਾ ਗਲਬਾ ਪਾ ਲਿਆ ਕਿ ਜਿਹੜੇ ਆਪਾਂ ਡੰਗਰ ਬੱਚਿਆਂ ਦੇ ਤੇ ਝੋਟਿਆਂ ਦੇ ਸੌਦੇ ਕਰਦੇ ਹੁੰਦੇ ਸੀ ਜੀ, ਉਹ ਵਿਆਹਾਂ ਸ਼ਾਦੀਆਂ 'ਚ ਵੀ ਉਹ ਜਿਹੜਾ ਵਰਤਾਰਾ ਹੈ ਉਹ ਆਉਣ ਵੜਿਆ ਹੈ। ਇਹ ਹੁਣ ਦੇਖੋ, ਉਹ ਯੰਗਸਟਰ ਕੁੜੀ ਸੀ, MSc ਪੜ੍ਹੀ ਸੀ, ਜਦੋਂ ਤੱਕ ਤੇ ਉਹਦੇ ਕੋਲ ਕੋਈ ਅਥਾਰਟੀ ਨਹੀਂ ਸੀ, ਤਨਖਾਹ ਨਹੀਂ ਸੀ, ਪੋਜੀਸ਼ਨ ਨਹੀਂ ਸੀ, ਅਫਸਰੀ ਨਹੀਂ ਸੀ, ਲੋਕ ਆਉਂਦੇ ਸੀ, ਖਾ ਪੀ ਕੇ ਚਲ ਜਾਂਦੇ ਸੀ। ਜਦੋਂ ਉਹ ਸਿਲੈਕਸ਼ਨ ਹੋਈ ਉਹਦੀ ਬੈਂਕ ਪ੍ਰੋਬੇਸ਼ਨਰੀ ਆਫਿਸਰ ਦੀ, ਤੇ ਇਮੀਡੀਏਟਲੀ ਰਿਸ਼ਤੇ ਆਉਣੇ ਸ਼ੁਰੂ ਹੋ ਗਏ। ਈਵਨ ਬਾਅਦ 'ਚ ਲੋਕਾਂ ਨੇ ਇਹ ਵੀ ਨਹੀਂ ਬਾਦਰ ਕੀਤਾ ਕਿ ਕੁੜੀ ਦਾ ਰੰਗ ਸਾਂਵਲਾ ਹੈ, ਕਣਕਵੰਨਾ ਹੈ, ਜਾਂ ਕੁੜੀ ਦਾ ਕੱਦ ਛੋਟਾ ਹੈ, ਜਾਂ ਹੋਰ ਕੋਈ ਚੀਜ਼ ਹੈ। ਉਹਨਾਂ ਨੇ ਕਿਹਾ ਸਭ ਕੁਝ ਮਨਜ਼ੂਰ ਹੈ। ਤੋ ਹਾਂਜੀ, ਜਵੰਦਾ ਸਾਹਿਬ, ਆਪਾਂ ਇਸੇ ਤਰ੍ਹਾਂ ਹੀ ਗੱਲਾਂ ਜਾਰੀ ਰੱਖਾਂਗੇ। ਇੱਕ ਕਾਲਰ ਲੈ ਲਈਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਰਾੜ ਸਾਹਿਬ ਤੇ ਜਵੰਦਾ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਢੀਂਡਸਾ ਸਾਹਿਬ। ਢੀਂਡਸਾ ਬੋਲ ਜੀ। ਬਹੁਤ ਠੀਕ ਹੈ, ਬਹੁਤ ਠੀਕ ਹੈ। ਗੱਲ ਇਹ ਆ ਭਈ ਤੁਹਾਡੇ ਵੇਲੇ ਤੇ ਇਹ ਹੋਊਗਾ ਤੇਰਾ ਭਈ ਦੇਖ ਕੇ ਆਏ ਆ ਜਾਂ ਹਾਂ ਕਰ ਦਈਏ ਜਾਂ ਨਾ ਕਰ ਦਈਏ। ਸਾਡੇ ਵੇਲੇ ਤਾਂ ਜੰਮਣ ਤੋਂ ਪਹਿਲਾਂ ਹੀ ਇਹ ਹੁੰਦਾ ਸੀ ਵੀ ਪੰਡਤਾਂ ਨੇ ਦੱਸ ਦੇਣਾ ਵੀ ਮੁੰਡਾ ਹੋਣਾ ਜੀ ਜਾਂ ਕੁੜੀ ਹੋਣੀ ਆ। ਤੇ ਸਾਡੇ ਵੇਲੇ ਤਾਂ ਜਨਮ ਤੋਂ ਪਹਿਲਾਂ ਹੀ ਇਹ ਗੱਲ ਹੋ ਜਾਂਦੀ ਹੁੰਦੀ ਸੀ ਭਈ ਮੇਰੇ ਜੰਮੀ ਕੁੜੀ ਦਾ ਮੁੰਡਾ ਤੇਰੇ ਜੰਮਿਆ ਤਾਂ ਅਸੀਂ ਇੱਧਰ ਵਿਆਹ ਦੇਣਾ, ਇਕੱਠੇ ਭਾਈ ਕਰ ਦੇਣੇ ਆ। ਸਾਡੇ ਵੇਲੇ ਤਾਂ ਕੋਈ ਦੇਖਾ ਦਿਖਾਏ, ਸਾਡੇ ਵੇਲੇ ਤਾਂ ਬਰਾੜ ਸਾਹਿਬ ਕੋਈ ਦੇਖਾ ਦਿਖਾਈ ਨਹੀਂ ਸੀ ਹੁੰਦੀ। ਹੁਣ ਤਾਂ ਜਵੰਦਾ ਸਾਹਿਬ ਨੇ ਕਮਾਲ ਕਰਤੀ ਆ ਤੇ ਉਹ ਕਹਿੰਦੇ ਵੀ ਫੇਰ ਛੱਡ ਨਹੀਂ ਹੋਣਾ। ਹਾਂ, ਇਹ ਵੀ ਸਮਾਂ ਵਿੱਚ ਆਇਆ ਸੀ ਇੱਕ ਵਾਰੀ, ਤੇ ਜਦੋਂ ਇਹ ਕਹਿ ਦੇਣਾ ਵੀ ਲੈ ਵੀ ਜੇ ਕੁੜੀ ਦੇਖਣ ਜਾਣਾ ਨਾ ਤਾਂ ਫੇਰ ਕੁੜੀ ਛੱਡਣੀ ਨਹੀਂ, ਆਪਾਂ ਕੁੜੀ ਦਾ ਵਿਆਹ ਕਰਨਾ ਪਊਗਾ ਜੀ। ਤੇ ਸਾਡੇ ਵੇਲੇ ਦਾ ਮੈਂ ਤੁਹਾਨੂੰ ਦੱਸਦਾ ਕਿੰਨਾ ਫਰਕ ਸੀ ਵੀ ਅਜੇ ਜੰਮੇ ਦਾ ਨਹੀਂ ਸੀ। ਮੈਨੂੰ ਪਤਾ ਨਹੀਂ ਵੀ ਸਾਡੇ ਜਨਮ ਤੋਂ ਪਹਿਲਾਂ ਹੀ ਸਾਡੇ ਬਾਬੇ ਨੇ ਕਦੇ ਕਰਤਾ ਸੀ ਤੇ ਲੈ ਵੀ ਇੱਥੇ ਕਰਨਾ ਆਪਾਂ ਮੁੰਡੇ ਦਾ ਰਿਸ਼ਤਾ ਜੀ। ਢੀਂਡਸਾ ਸਾਹਿਬ, ਤੁਸੀਂ ਬਹੁਤ ਕਿਸਮਤ ਆ। ਢੀਂਡਸਾ ਸਾਹਿਬ ਹਾਂਜੀ। ਫਿਰ ਆਂਟੀ ਜੀ ਹੁਣਾਂ ਨੂੰ ਫਿਰ ਪਹਿਲੇ ਦਿਨ ਕਦੋਂ ਵਿਆਹ ਤੋਂ ਜਦੋਂ ਘਰੇ ਆਈ ਸੀ ਉਦੋਂ ਹੀ ਦੇਖਿਆ ਸੀਗਾ ਜੀ ਕਿਵੇਂ? ਬਿਲਕੁਲ ਉਦੋਂ ਹੀ ਜੀ। ਨਹੀਂ, ਉਹ ਕਈ ਵਾਰ ਫਿਲਮਾਂ 'ਚ ਦੇਖੀਦਾ ਨਾ, ਜਦੋਂ ਇੱਕ ਹਰ ਇਨਸਾਨ ਤੇ ਜਵਾਨੀ ਆਉਂਦੀ ਆ ਤੇ ਬੰਦੇ ਨੂੰ ਹੁੰਦਾ ਚੱਲ ਇੱਕ ਯਾਰ ਪਾਸੇ ਗੇੜਾ ਗੂੜਾ ਹੀ ਕੱਢਿਆ ਈਏ। ਇੱਕ ਐਮੀ ਵਿਰਕ ਦੀ ਫਿਲਮ ਬੜੀ ਸੋਹਣੀ ਨਵੀਂ ਆਈ ਆ, ਉਹ ਨਾ ਇਦਾਂ ਹੀ ਪੁਰਾਣੇ ਸਮੇਂ ਦੇ ਵਿੱਚ ਹੀ ਦਿਖਾਇਆ, ਪਰ ਉਹ ਜਿਹੜੀ ਉਮਰ ਹੁੰਦੀ ਆ ਜਵਾਨੀ ਵਾਲੀ ਤੇ ਇਦਾਂ ਤਾਂ ਨਹੀਂ ਢੀਂਡਸਾ ਸਾਹਿਬ ਕਿਤੇ ਪਿੰਡ ਵਿੱਚ ਕੁਝ ਹੋਰ ਭੇਸ ਜਿਹਾ ਬਦਲ ਕੇ ਗੇੜਾ ਗੂੜਾ ਕੱਢੇ ਹੁਣ ਪਹਿਲਾਂ? ਮੈਂ ਕਹਿੰਦਾ ਭਈ ਜੇ ਕਿਤੇ ਪਤਾ ਵੀ ਲੱਗ ਜਾਂਦੇ ਸੀ ਉਦੋਂ ਯੂਥ ਬੜਾ ਫਿਰਦਾ ਹੁੰਦਾ ਸੀ ਕਿ ਤੂੰ ਉੱਥੇ ਗਿਆ ਹੋਏ ਜੀ, ਇਹ ਵੀ ਨਾਲ ਹੁੰਦਾ ਸੀ ਨਾ। ਸੋ ਤੁਸੀਂ ਤਾਂ ਕਿਸਮਤ ਵਾਲੇ ਹੋ ਜੀ। ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ ਢੀਂਡਸਾ ਸਾਹਿਬ। ਸੋ ਅੰਕਲ ਜੀ ਹੁਣਾਂ ਦੀ ਉਮਰ 80+ ਆ ਜੀ। ਬੜਾ ਚੰਗਾ ਲੱਗਦਾ, ਬੜੇ ਹੌਸਲੇ ਵਾਲੀਆਂ ਗੱਲਾਂ ਕਰਦੇ ਆ ਤੇ ਉਹ ਸਮੇਂ 'ਚ ਲੈ ਜਾਂਦੇ ਪਿੱਛੇ ਜਵੰਦਾ ਸਾਹਿਬ। ਹਾਂਜੀ, ਇਹਨਾਂ ਨੇ ਬਿਲਕੁਲ ਠੀਕ ਕਿਹਾ ਜੀ ਕਿ ਇੱਕ ਟਾਈਮ ਸੀ ਜਦੋਂ ਜਿਹੜਾ ਆਪਣਾ ਨਾਲ ਦਾ ਪਾਰਟਨਰ ਹੈ ਉਹਦੀ ਸ਼ਕਲ ਜਿਹੜੀ ਹੈ, ਉਹਦੀ ਸੂਰਤ ਹੈ, ਸਿਰਫ ਉਦੋਂ ਹੀ ਦੇਖੀ ਦੀ ਸੀ ਜਦੋਂ ਵਿਆਹ ਤੋਂ ਬਾਅਦ ਉਹਨੂੰ ਵਿਆਹ ਕੇ ਘਰ ਲੈ ਕੇ ਜਾਇਆ ਕਰਦਾ ਸੀ ਜੀ। ਤੇ ਉਸ ਟਾਈਮ ਤੇ ਫਿਰ ਇਹ ਵੀ ਨਹੀਂ ਸੀ ਹੁੰਦਾ ਕਿ ਮਾੜੀ ਆ ਗਈ ਹੈ, ਚੰਗੀ ਆ ਗਈ ਹੈ, ਜਾਂ ਰੰਗ ਕਾਲਾ ਹੈ ਜਾਂ ਨੈਣਕ ਜਿਹੜੇ ਨੇ ਉਹ ਇੰਨੇ ਤਿੱਖੇ ਨਹੀਂ ਹੈ। ਇਹਦੇ ਬਾਰੇ ਕਦੀ ਕੋਈ ਗੱਲ ਨਹੀਂ ਸੀ ਹੋਈ। ਉਹ ਕਹਿੰਦੇ ਨਾ, ਇੱਕ ਪਿਕਚਰ ਹੈ ਉਹਦੀ ਦੇਵਾਨੰਦ ਦੀ ਕਿ ਜੋ ਮਿਲ ਗਿਆ ਉसी को मुकद्दर समझ लिया, ਹਿੰਦੀ ਗਾਣਾ ਹੈ ਜੀ, ਠੀਕ ਹੈ ਜੀ। ਤੇ ਉਹ ਜੋ ਮਿਲ ਜਾਂਦਾ ਸੀ ਉਸ ਨੂੰ ਹੀ ਮੁਕੱਦਰ ਸਮਝ ਲਿਆ ਜਾਂਦਾ ਸੀ। ਔਰ
ਇੱਕ ਚੀਜ਼ ਹੋਰ ਹੈ ਕਿ ਵਿਚੋਲੇ ਜ਼ਰੂਰ ਪੈਂਦੇ ਸੀ ਉਦੋਂ, ਔਰ ਵਿਚੋਲੇ ਇੱਕ ਦੂਜੇ ਦੀ ਘੋਖ ਕਰਦੇ ਸੀ ਦੋਨੋਂ ਫੈਮਿਲੀ ਦੀ ਜੀ। ਉਹਨਾਂ ਦੀ ਬੈਕਗ੍ਰਾਉਂਡ ਚੈੱਕ ਕੀਤਾ ਜਾਂਦਾ ਸੀ ਉਹਨਾਂ ਦਾ। ਜਿਸ ਤਰ੍ਹਾਂ ਮੈਂ ਤੇ ਕਈ ਵਾਰੀ ਦੇਖਦਾ ਕਿ ਹੁਣ ਕੈਨੇਡਾ ਦਾ ਜਿਹੜਾ ਪ੍ਰਾਪਰਟੀ, ਤੁਸੀਂ ਪ੍ਰਾਪਰਟੀ ਇਨਵੈਸਟਮੈਂਟ 'ਚ ਹੈਗੇ ਹੋ, ਰੀਅਲ ਸਟੇਟ ਤੋਂ, ਮੈਂ ਵੀ ਰੀਅਲ ਸਟੇਟ ਤੋਂ, ਤੇ ਜਦੋਂ ਕੋਈ ਪ੍ਰਾਪਰਟੀ ਬਾਏ ਕਰਦੇ ਹਾਂ, ਹਾਲਾਂਕਿ ਪ੍ਰਾਪਰਟੀ ਨਹੀਂ ਅਸੀਂ ਕਹਿ ਰਹੇ ਕਿਸੇ ਮਾਂ ਭੈਣ ਨੂੰ ਜਾਂ ਧੀ ਨੂੰ ਜਾਂ ਕਿਸੇ ਬੇਟੀ ਨੂੰ ਜੀ, ਬਟ ਸਾਰਾ ਜਿਹੜਾ ਇਸ ਤਰ੍ਹਾਂ ਦਾ ਕਿ ਕੋਈ ਪ੍ਰਾਪਰਟੀ ਲਈ ਹੈ ਤੇ ਉਹਦਾ ਪੂਰਾ ਬੈਕਗ੍ਰਾਉਂਡ ਜਿਹੜਾ ਉਹਦਾ ਜਿਹੜੀ ਪ੍ਰਾਪਰਟੀ ਡਿਸਕਲੋਜ਼ਰ ਸਟੇਟਮੈਂਟ ਹੁੰਦਾ ਤੁਹਾਨੂੰ ਪਤਾ ਹੀ ਹੈ, ਉਹਦੇ ਸਾਰਾ ਐਕਸਪਲੇਨ ਕੀਤਾ ਹੁੰਦਾ। ਤੇ ਜਿਹੜਾ ਵਿਚੋਲਾ ਹੁੰਦਾ ਸੀ ਉਹਦਾ ਇਹੋ ਕੰਮ ਹੁੰਦਾ ਸੀ ਕਿ ਬੈਕਗ੍ਰਾਉਂਡ ਚੈੱਕ ਕਰਨਾ ਜੀ, ਫੈਮਲੀਜ਼ ਦੀ, ਭੈਣਾਂ ਭਰਾਵਾਂ ਦੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਤੇ ਨਹੀਂ ਹੈਗੀ ਜਾਂ ਕੋਈ ਐਸਾ ਕੰਮ ਤੇ ਨਹੀਂ, ਉਹਦੇ ਬੇਸ ਤੇ ਫਿਰ ਅਪਡੇਟ ਕੀਤਾ ਜਾਂਦਾ ਸੀ ਦੂਸਰੀ ਧਿਰ ਨੂੰ। ਔਰ ਜਦੋਂ ਅਪਡੇਸ਼ਨ ਹੋ ਜਾਂਦੀ ਸੀ ਫਿਰ ਉਹ ਅਪਡੇਟ ਜਿਹੜਾ ਮਿਲਦੀ ਸੀ ਵਿਚੋਲੇ ਵੱਲੋਂ, ਔਰ ਵਿਚੋਲਾ ਹੀ ਨਹੀਂ ਹੁੰਦਾ ਸੀ, ਹੋਰ ਵੀ ਕਈ ਜਿਹੜੇ ਸੋਰਸਸ ਹੈਗੇ, ਰਿਸ਼ਤੇਦਾਰੀ ਹੁੰਦੀ ਸੀ, ਦੋਸਤ ਮਿੱਤਰ, ਉਹ ਵੀ ਪਤਾ ਕਰਦੇ ਸੀ। ਔਰ ਉਹ ਸਾਰੇ ਚੀਜ਼ਾਂ ਤੋਂ ਬਾਅਦ ਜਦੋਂ ਇੱਕ ਗੰਢ ਵੱਜਦੀ ਸੀ, ਇੱਕ ਰਿਸ਼ਤੇਦਾਰੀ ਦੀ ਗੰਢ ਵੱਜਦੀ ਸੀ, ਉਹ ਬੜੀ ਪੱਕੀ ਵੱਜਦੀ ਸੀ। ਉਹ ਜਿਹੜੀ ਨਾ ਇੰਨੀ ਸੌਖੀ ਨਹੀਂ ਸੀ ਹੁੰਦੀ। ਤਲਾਕ, ਡਿਵੋਰਸ ਤੇ ਸੈਪਰੇਸ਼ਨ ਤੇ ਜਿਹੜੀ ਹੁਣ ਇੱਕ ਨਵਾਂ ਕਨਸੈਪਟ ਹੈ ਜੀ ਲਿਵ ਇਨ ਰਿਲੇਸ਼ਨਸ਼ਿਪ ਦਾ, ਚਲੋ ਉਹਦੇ ਬਾਰੇ ਆਪਾਂ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦੇ। ਇਹ ਕਦੀ ਨਹੀਂ ਸੀ ਹੁੰਦਾ। ਆਪਾਂ ਪਾਸਟ ਵਿੱਚ ਜਾ ਕੇ ਜ਼ਰੂਰ ਉਹ ਟਾਈਮ ਡਿਸਕਸ ਕਰ ਸਕਦੇ ਹਾਂ ਕਿ ਇਹ ਚੀਜ਼ਾਂ ਕਦੀ ਨਹੀਂ ਸੀ ਸੁਣੀਆਂ। ਬਿਲਕੁਲ ਸਹੀ ਗੱਲ ਹੈ ਜੀ। ਦੁਨੀਆ ਇਸ ਕਰਕੇ ਨਹੀਂ ਸੀ ਕਿਉਂਕਿ ਇੱਕ ਸੈੱਟ ਪ੍ਰੋਸੀਜਰ ਹੁੰਦਾ ਸੀ। ਉਹ ਸੈੱਟ ਪ੍ਰੋਸੀਜਰ ਜਿਹੜਾ ਉਹ ਸਾਡੇ ਗੁਰੂਆਂ ਨੇ, ਸਾਡੇ ਵੱਡੇ ਵਡੇਰਿਆਂ ਨੇ ਉਹ ਸੈੱਟ ਕੀਤਾ ਹੁੰਦਾ ਸੀ ਕਿ ਅਗਰ ਰਿਲੇਸ਼ਨਸ਼ਿਪ ਬਣਨਾ ਹੈਗਾ ਤੇ ਇਹ ਪ੍ਰੋਸੀਜਰ ਹੈਗਾ, ਇਹ ਸਟੈਂਡਰਡ ਪ੍ਰੋਸੀਜਰ ਹੈਗਾ, ਇਹ ਤੁਹਾਨੂੰ ਅਡਾਪਟ ਕਰਨਾ ਹੀ ਪੈਣਾ ਹੈ ਜੀ। ਤੇ ਉਹਨੂੰ ਸਟੈਂਡਰਡ ਅਡਾਪਟ ਕੀਤਾ ਜਾਂਦਾ ਸੀ ਤੇ ਫਿਰ ਵੱਖ ਹੋਣ ਤੋਂ ਪਹਿਲਾਂ ਲੋਕੀ 100 ਵਾਰ ਸੋਚਦੇ ਸੀ। ਮੈਂ ਨਹੀਂ ਸੁਣਿਆ ਆਪਣੀ ਲਾਈਫ 'ਚ 10, 15, 20, 25 ਸਾਲ ਦੀ ਜਦੋਂ ਮੇਰੇ ਇਨੀਸ਼ੀਅਲ ਫੇਜ਼ ਸੀ ਕਿ ਡਿਵੋਰਸ ਹੋ ਗਿਆ ਕਿਸੇ ਦਾ, ਕੋਈ ਸੈਪਰੇਟ ਹੋ ਗਿਆ। ਹਾਂ, ਫॉर द ਟਾਈਮ ਵੀ ਜ਼ਰੂਰ ਸੈਪਰੇਟ ਰਹਿੰਦੇ ਹੁੰਦੇ ਸੀ ਤੇ ਫॉर ਐਵਰ ਕਦੀ ਨਹੀਂ ਹੋਇਆ। ਸੋ ਇਦਾਂ ਹੀ ਇੱਕ ਬਾਬਾ ਸੀ, ਬਜ਼ੁਰਗ ਬਾਬਾ, ਤੇ ਉਹ ਕਹਿੰਦਾ ਭਈ ਆਪਣੇ ਪੋਤਰੇ ਨਾਲ ਬੈਠਾ ਸੀ, ਉਹਦੀ ਡਿਵੋਰਸ ਦੀ ਤਰੀਕ ਸੀ ਅਦਾਲਤ ਵਿੱਚ, ਕੈਨੇਡਾ ਦੀ ਗੱਲ ਹੈ ਜੀ। ਤੇ ਹਾਲਾਂਕਿ ਮੈਂ ਇੱਥੇ ਕੁਝ ਇੱਕ ਦੋ ਮੈਂ ਸਟੋਰੀਜ਼ ਵੀ ਲਿਖ ਚੁੱਕਾ ਹੈ ਜੀ। ਉਹ ਬਾਬਾ ਜੀ ਆਪ 70-75 ਸਾਲ ਦੇ ਸੀ ਤੇ ਵਿਆਹ ਹੋਇਆਂ ਨੂੰ ਉਹਨਾਂ ਨੂੰ 50 ਸਾਲ ਹੋ ਗਏ ਸੀ ਜੀ। ਤੇ ਕਾਫੀ ਜਿਹੜੀ ਉਹ ਸਰੀਰਕ ਤੌਰ ਤੇ ਥੋੜੀ ਢਿੱਲੀ ਸੀ ਉਹਨਾਂ ਦੀ, ਬਟ ਉਹ ਸਟਿਲ ਇਕੱਠੇ ਰਹਿੰਦੇ ਸੀ। ਉਹ ਜਿਹੜਾ ਪੋਤਰਾ ਸੀ ਉਹਦਾ ਸ਼ੁਰੂ ਹਾਲੇ ਥੋੜੇ ਦਿਨ ਪਹਿਲੇ ਤਲਾਕ ਹੋ ਕੇ ਹਟਿਆ ਸੀ, ਉਹਦੀ ਪ੍ਰੋਸੀਡਿੰਗ ਚੱਲ ਰਹੀ ਸੀ ਅਦਾਲਤ ਵਿੱਚ। ਉਹ ਹੈਰਾਨ ਹੋ ਉਸਦਾ ਕਹਿੰਦਾ ਭਈ ਬਾਪੂ ਜੀ ਤੁਸੀਂ 50 ਸਾਲ ਇਕੱਠਿਆਂ ਇੱਕੋ ਪਾਰਟਨਰ ਦੇ ਨਾਲ ਕਿੱਦਾਂ ਕੱਟ ਲਏ? ਉਹਨਾਂ ਲੰਮਾ ਸਾਰਾ ਸਾਹ ਲਿਆ ਤੇ ਫਿਰ ਕਹਿੰਦੇ ਕਿ ਪੁੱਤਰਾ ਸਾਡੇ ਵੇਲਿਆਂ 'ਚ ਅਗਰ ਕੋਈ ਚੀਜ਼ ਪਾਟ ਜਾਂਦੀ ਸੀ ਜੀ, ਨੂੰ ਸੀ ਲਿਆ ਜਾਂਦਾ ਸੀ, ਤੇ ਅਗਰ ਕੋਈ ਗੁੱਸਾ ਬਹੁਤ ਜ਼ਿਆਦਾ ਚੜ੍ਹ ਵੀ ਜਾਂਦਾ ਸੀ ਕਿਸੇ ਵੇਲੇ ਤਾਂ ਉਹਨੂੰ ਪੀ ਲਿਆ ਜਾਂਦਾ ਸੀ। ਪੀਣਾ ਤੇ ਪੀਣਾ ਜਿਹੜਾ ਇਹ ਪ੍ਰੋਸੈਸ ਐਸਾ ਸੀ ਕਿ ਉਹ ਕਦੀ ਸੈਪਰੇਟ ਨਹੀਂ ਹੋਣ ਦਿੰਦਾ। ਨਿੱਕੀ ਨਿੱਕੀ ਗੱਲ ਤੇ, ਮਾੜੇ ਮਾੜੇ ਡਿਫੈਕਟ ਤੇ ਅਸੀਂ ਜਿਹੜੀਆਂ ਚੀਜ਼ਾਂ ਸੀ ਜਾਂ ਰਿਸ਼ਤੇ ਸੀ ਉਹ ਕਦੀ ਡਸਟਬਿਨ 'ਚ ਨਹੀਂ ਸੀ ਸੁੱਟਦੇ ਹੁੰਦੇ। ਇਹ ਦੋ ਲਾਈਨਾਂ 'ਚ ਉਹਨਾਂ ਨੇ ਸਾਰਾ ਆਪਣਾ ਜ਼ਿੰਦਗੀ ਦਾ ਨਿਚੋੜ ਜਿਹੜਾ ਉਹ ਵਿਖਾਤਾ, ਉਹਨੂੰ ਦੇ ਦਿੱਤਾ ਬੇਟੇ ਨੂੰ, ਆਪਣੇ ਗ੍ਰੈਂਡਸਨ ਨੂੰ। ਤੋ ਇਹ ਸਾਰੇ ਹੁੰਦੇ ਆਏ ਸੀ ਔਰ ਇਹਨਾਂ ਨੂੰ ਡਿਸਕਸ ਕਰਨਾ ਜ਼ਿਆਦਾ ਬਣਦਾ ਹੈਗਾ ਜੀ। ਬਿਲਕੁਲ ਬਿਲਕੁਲ ਜਵੰਦਾ ਸਾਹਿਬ, ਆਪਾਂ ਇਸ ਸਟੋਰੀ ਨੂੰ ਰੈਪ ਅਪ ਕਰਾਂਗੇ। ਤੁਹਾਡੇ ਅਖੀਰ ਤੇ ਮੈਂ ਵਿਚਾਰ ਲਵਾਂਗਾ ਕਿਉਂਕਿ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ ਆਪਾਂ ਸਟੋਰੀ ਕਰ ਲੈਂਦੇ ਹਾਂ, ਉਹ 'ਚੋਂ ਸੇਧ ਸਿੱਖਿਆ ਕੀ ਲੈਣੀ ਹੈ ਨਾ, ਉਹ ਪਲੀਜ਼ ਤੁਹਾਡੇ ਵਿਚਾਰ ਲਵਾਂਗਾ। ਤੇ ਇੱਕ ਮੈਂ ਥੋੜ੍ਹਾ ਜਿਹਾ ਹੋਰ ਗੱਲ ਕਰੂੰਗਾ ਕਿਉਂਕਿ ਮੇਰੇ ਕਾਫੀ ਮਿੱਤਰ, ਅਸੀਂ ਗੱਲਾਂ ਬਾਤਾਂ ਕਰਦੇ ਹਾਂ ਨਾ, ਜਿਵੇਂ ਇੰਡੀਆ 'ਚ ਸੀਗਾ ਵਿਚੋਲੇ, ਹੈ ਨਾ, ਕਿੰਨੇ ਹੀ ਕੁਛ ਦੌਰ ਦੇਖੇ। ਢੀਂਡਸਾ ਸਾਹਿਬ ਨੇ ਗੱਲ ਕੀਤੀ, ਤੁਸੀਂ ਮੇਰੇ ਤੋਂ ਮੈਨੂੰ ਲੱਗਦਾ 5-7 ਸਾਲ ਵੱਡੇ ਹੋਵੋਗੇ, ਹੈ ਨਾ। ਮੈਂ ਆਪਣੇ ਵਾਲਾ ਦੌਰ ਦੇਖਿਆ, ਹੁਣ ਨਵਾਂ ਦੇਖਦੇ ਹਾਂ ਇੰਡੀਆ ਦਾ, ਹੁਣ ਇੱਥੇ ਆ ਗਏ ਹਾਂ ਜਵੰਦਾ ਸਾਹਿਬ। ਇੱਥੇ ਨਾ ਬੜੀਆਂ ਸਮੱਸਿਆਵਾਂ ਆ ਰਹੀਆਂ ਰਿਸ਼ਤੇ ਲੱਭਣ ਦੇ ਵਿੱਚ। ਤੇ ਇੱਕ ਮੈਨੂੰ ਮਿੱਤਰ ਨੇ ਕਿਸੇ ਨੇ ਕਾਲ ਕਰਕੇ ਦੱਸਿਆ ਸੀਗਾ, ਮੇਰੇ ਨਾ ਦਾਦਾ ਜੀ, ਮੈਂ ਹਮੇਸ਼ਾ ਯਾਦ ਕਰ ਦਿੰਦਾ, ਉਹ ਕਹਿੰਦੇ ਕਿਸੇ ਦਾ ਤੁਸੀਂ ਰਿਸ਼ਤਾ ਕਰਾਉਣੇ ਹੋ ਨਾ ਜਵੰਦਾ ਸਾਹਿਬ, ਵਿਦਆਊਟ ਕਿਸੇ ਲਾਲਚ, ਜਿਵੇਂ ਛਾਪਾਂ ਛੱਲੇ, ਟੂਮ ਪਾਉਣਾ ਜੀ, ਛਾਪ ਪਾਉਣੀ, ਕੜਾ ਪਾਉਣਾ ਵਿਚੋਲਿਆਂ ਨੂੰ, ਹੈ ਨਾ,
ਕੋਈ ਤੁਹਾਨੂੰ ਲਾਲਚ ਨਹੀਂ ਹੋਣਾ ਚਾਹੀਦਾ। ਤੁਸੀਂ ਕਿਸੇ ਦਾ ਰਿਸ਼ਤਾ ਕਰਾਉਂਦੇ ਆ ਨਾ, ਇੱਕ ਸੰਪਟ ਪਾਠ ਜਿੰਨਾ ਪੁੰਨ ਮਿਲਦਾ ਹੈ। ਮਤਲਬ ਵੀ ਤੁਸੀਂ ਦੋ ਪਰਿਵਾਰਾਂ ਨੂੰ ਮਿਲਾਉਂਦੇ ਹੋ, ਤੁਹਾਡਾ ਵਿੱਚ ਕੋਈ ਇੰਟਰਸਟ ਨਹੀਂ ਹੋਣਾ ਚਾਹੀਦਾ। ਹੁਣ ਜਿਹੜੀ ਸਮੱਸਿਆ ਆ ਰਹੀ ਹੈ ਜਵੰਦਾ ਸਾਹਿਬ ਇੱਥੇ, ਕਿ ਰਿਸ਼ਤੇ ਲੱਭਣ ਦੇ ਵਿੱਚ ਕਈ ਵਾਰ ਬੱਚੇ ਨਾ, ਜਿਵੇਂ ਉਹ ਐਜੂਕੇਸ਼ਨ ਲੈਂਦੇ ਆ, ਪੜ੍ਹਾਈ ਲੈਂਦੇ ਆ, ਅੱਗੇ ਡਾਕਟਰ ਬਣਨਾ, ਕਿਸੇ ਨੇ ਹੋਰ ਕਰਨਾ ਹੈ, ਲੰਮਾ ਸਮਾਂ ਪੜ੍ਹਾਈ ਵਾਲੇ ਪਾਸੇ ਲੰਘ ਜਾਂਦਾ। ਕਈ ਵਾਰ ਨਾ ਉਹ ਜਿਹੜੀ ਏਜ ਹੁੰਦੀ ਸੀ ਇੱਕ, ਮੈਨੂੰ ਲੱਗਦਾ 25 ਸਾਲ ਤੋਂ ਲੜਕੀ ਦੀ ਏਜ ਜਿਹੜੀ 21 ਸਾਲ ਤੱਕ, ਹੈ ਨਾ, ਉਹ ਜਿਹੜੇ ਚੇਂਜ ਹੋ ਗਿਆ ਉਮਰ, ਕਈ ਵਾਰ ਓਵਰ ਏਜ ਬੱਚੇ ਹੋ ਜਾਂਦੇ ਆ ਆਪਣੀ ਪੜ੍ਹਾਈ ਕਰਦੇ ਕਰਦੇ। ਬੜੀਆਂ ਸਮੱਸਿਆਵਾਂ ਆ ਰਹੀਆਂ ਜੀ। ਤੇ ਮੈਨੂੰ ਜਿਹੜੀ ਉਹ ਗੱਲ ਦੱਸੀ ਸੀ ਨਾ, ਇੱਕ ਗੁਜਰਾਤੀ ਭਾਈਚਾਰੇ ਨਾਲ ਮੇਬੀ ਸੰਬੰਧਿਤ ਸੀਗੀ USA ਦੇ ਵਿੱਚ। ਸੋ ਉੱਥੇ ਕਹਿੰਦੇ ਉਹਨਾਂ ਨੇ ਨਾ ਇੱਕ ਬੈਂਕਟ ਹਾਲ ਜਾਂ ਵੱਡਾ ਕਨਵੈਨਸ਼ਨ ਸੈਂਟਰ ਬੁੱਕ ਕਰਕੇ, ਉੱਥੇ ਕਹਿੰਦੇ ਉਹ ਇਕੱਠੇ ਹੁੰਦੇ ਆ ਪੇਰੈਂਟਸ ਔਰ ਉਹਨਾਂ ਦੇ ਬੱਚੇ। ਉੱਥੇ ਕਹਿੰਦੇ ਆਪਸ ਵਿੱਚ ਉਹਨਾਂ ਨੂੰ ਮਿਲਾਇਆ ਜਾਂਦਾ, ਕਿਉਂਕਿ ਜਿਹੜਾ ਯੁੱਗ ਆ ਗਿਆ ਜੀ ਹੁਣ, ਬਹੁਤ ਜ਼ਿਆਦਾ ਤੇਜ਼ੀ ਰਫ਼ਤਾਰ ਵਾਲਾ ਆ ਗਿਆ। ਉੱਥੇ ਮਿਲਾ ਕੇ ਉੱਥੇ ਇੱਕ ਮੀਟਿੰਗ, ਕਿਹੜੇ ਪਰਿਵਾਰ ਦਾ ਕਿੱਥੇ ਮਤਲਬ ਆਪਸ ਵਿੱਚ ਉਹਨਾਂ ਨੂੰ ਠੀਕ ਲੱਗਦਾ ਹੈ, ਫਸਟ ਮੀਟਿੰਗ ਹੋਈ ਦੀ। ਉਸ ਤੋਂ ਬਾਅਦ ਜਿਹਨੂੰ ਕੁਛ ਠੀਕ ਲੱਗਦਾ ਹੈ ਨਾ, ਰਜਿਸਟ੍ਰੇਸ਼ਨ ਕਰਾ ਕੇ ਫਿਰ ਅੱਗੇ, ਮਤਲਬ ਇੱਕ ਚੰਗੀ ਸ਼ੁਰੂਆਤ ਮੈਨੂੰ ਲੱਗੀ ਸੀਗੀ। ਕਿਉਂਕਿ ਇੱਥੇ ਪਰਿਵਾਰਾਂ ਨੂੰ ਮਿਲਾਉਣਾ ਜਵੰਦਾ ਸਾਹਿਬ, ਜਿਹੜੀ ਅਸੀਂ ਭੱਜ ਦੌੜ ਦੇ ਵਿੱਚ ਨਾ, ਕਈ ਵਾਰ ਅਸੀਂ ਸਕਦੇ ਕਿ ਮੈਂ ਕੀ ਲੈਣਾ, ਕਿਉਂਕਿ ਵਿਚੋਲੇ ਨੂੰ ਉਹ ਬੋਲੀਆਂ ਵੀ ਪਾਉਂਦੇ ਹੁੰਦੇ ਸੀ ਨਾ ਪੁਰਾਣੇ, ਜਦੋਂ ਵਿਆਹ ਹੋ ਜਾਂਦਾ ਸੀ ਤੇ ਵਿਚੋਲੇ ਨੂੰ ਹੁਣ ਤੁਸੀਂ ਮਾਰੋ ਖਣੀ, ਕੀ ਕਹਿੰਦੇ, ਛਿੱਤਰ ਮਾਰੋ ਜਾਂ ਮਤਲਬ ਹਾਸੇ ਮਜ਼ਾਕ ਜੇ ਨਾ, ਹੈ ਨਾ। ਸੋ ਉਹ ਚੀਜ਼ਾਂ ਚਲੋ ਮਜ਼ਾਕ ਸੀ, ਪਰ ਫਿਰ ਵੀ ਉਹ ਕੰਮ ਹੁੰਦੇ ਸੀ। ਹੁਣ ਇਹ ਚੀਜ਼ਾਂ ਘਟ ਗਈਆਂ, ਹੈ ਨਾ। ਬੰਦਾ ਇਹੀ ਕਹਿੰਦਾ ਯਾਰ ਜੇ ਕੁਛ ਹੋ ਗਿਆ ਆਪਾਂ ਵਿੱਚ ਫਸ ਜਾਾਂਗੇ, ਮਤਲਬ ਜੋੜਨ ਤੋਂ ਨਾ ਪਹਿਲਾਂ ਹੀ ਬੰਦਾ ਡਰਿਆ ਹੋਇਆ, ਇੱਕ ਆਪਦੀ ਭੱਜ ਦੌੜ ਦੇ ਵਿੱਚ, ਤੇ ਇੱਕ ਕਹਿੰਦਾ ਯਾਰ ਮੈਂ ਕੀ ਲੈਣਾ, ਮੈਨੂੰ ਕੁਛ ਹੋ ਨਾ ਜਾਵੇ। ਹੁਣ ਤੁਹਾਡੇ ਵਿਚਾਰ 2-4 ਮਿੰਟ 'ਚ, ਉਸ ਤੋਂ ਬਾਅਦ ਫਿਰ ਆਪਾਂ ਸੈਕਿੰਡ ਗੱਲਬਾਤ ਕਰਾਂਗੇ ਵਿਨੀਪੈਗ ਸ਼ਹਿਰ ਦੀ। ਜੀ ਬਿਲਕੁਲ ਠੀਕ ਹੈ ਜੀ। ਤੁਸੀਂ ਕਿ ਜਿਹੜਾ ਵਿੱਚੋਂ ਇਸ ਦੋ ਪਰਿਵਾਰਾਂ ਦਾ ਸਿਰ ਜੋੜਨ ਦਾ ਜਿਹੜਾ ਇੱਕ ਸਬੱਬ ਹੈ ਜੀ, ਉਹਦਾ ਜਿਹੜਾ ਪ੍ਰਮਾਤਮਾ ਦੇ ਦਰਬਾਰ 'ਚ ਬਹੁਤ ਜ਼ਿਆਦਾ ਉਹਨੂੰ ਐਪਰੀਸ਼ੀਏਟ ਕੀਤਾ ਜਾਂਦਾ ਹੈ। ਇਹ ਇਸ ਤਰ੍ਹਾਂ ਬਜ਼ੁਰਗ ਕਹਿੰਦੇ ਹੁੰਦੇ ਸੀ ਸਾਡੇ, ਉਹਨਾਂ ਬੜੀ ਵੱਡੀ ਗੱਲ ਹੈ। ਔਰ ਰਿਸ਼ਤਾ ਕਰਾਉਣਾ ਵਿਦਆਊਟ ਐਨੀ ਲਾਲਚ, ਵਿਦਆਊਟ ਐਨੀ ਫੇਵਰ, ਉਹ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਸੀ। ਪਰ ਅੱਜ ਕੱਲ੍ਹ ਬਰਾੜ ਸਾਹਿਬ ਇਸ ਤਰ੍ਹਾਂ ਹੈ ਕਿ ਮੈਟੀਰੀਅਲਿਸਟਿਕ ਸੋਚ ਕਰਕੇ ਲੋਕ ਮੈਟੀਰੀਅਲਿਸਟਿਕ ਫਾਇਦੇ ਦੇਖਦੇ ਆ ਕਿ ਮੈਨੂੰ ਬੈਨੀਫਿਟ ਕੀ ਹੋਣਾ ਹੈ ਇਸ ਚੀਜ਼ ਦਾ, ਮੈਨੂੰ ਕਿਸ ਚੀਜ਼ ਤੋਂ ਪ੍ਰੋਫਿਟ ਹੋਣਾ ਔਰ ਇਸ ਚੀਜ਼ ਤੋਂ ਮੈਨੂੰ ਲਾਸ ਕਿਹੜੇ ਕਿਹੜੇ ਹੋਣੇ। ਔਰ ਲਾਸ ਤੋਂ ਬੰਦਾ ਲਾਸ ਤੇ ਪ੍ਰੋਫਿਟ ਐਨਾਲਿਸਿਸ ਕਰਦਾ ਹੈ, ਤੇ ਸਭ ਤੋਂ ਵੱਡਾ ਉਹਦੇ ਦਿਮਾਗ 'ਚ ਇਹ ਗੱਲ ਬੈਠਦੀ ਹੈ ਕਿ ਜਿਹੜੇ ਆਸੇ-ਪਾਸੇ ਵਿਚੋਲਿਆਂ ਦੇ ਜਾਂ ਜਿਹੜੇ ਮੀਡੀਏਟਰ ਹੈਗੇ ਨੇ ਜਾਂ ਮਿਡਲਮੈਨ ਹੈ, ਉਹਨਾਂ ਦਾ ਹਾਲ ਹੋਏ ਹੁੰਦੇ ਆ, ਉਹ ਉਹਦੇ ਘੁੰਮਦੇ ਆ। ਠੀਕ ਹੈ ਜੀ। ਉਹ ਫਿਰ ਉਹ ਡਰ ਜਾਂਦਾ ਹੈ ਕਿ ਕਿਉਂਕਿ ਅਦਾਲਤਾਂ ਦੇ ਚੱਕਰ 'ਚ ਸਪੋਜ਼ ਗੱਡੀ ਜਿਹੜੀ ਆ ਉਹ ਪਟੜੀ ਤੋਂ ਲੈ ਗਈ, ਤੇ ਫਿਰ ਨੇਚਰਲੀ ਜਿਹੜਾ ਬੰਦੇ ਨੇ ਰਿਸ਼ਤਾ ਕਰਾਇਆ ਹੁੰਦਾ ਉਹਨੂੰ ਜਾਣਾ ਪੈਂਦਾ, ਤੇ ਉਹ ਜਿਹੜੇ ਕੰਪਲੀਕੇਸ਼ਨ ਆਏ ਹੁੰਦੇ ਉਹਨਾਂ ਤੋਂ ਡਰ ਜਾਂਦਾ ਹੈ, ਤੇ ਫਿਰ ਉਹ ਇੱਕ ਸਾਈਡ ਤੇ ਹੋ ਜਾਂਦਾ। ਨਾਰਮਲੀ ਮੈਂ ਹੁਣ ਦੇਖਿਆ ਕਿ ਪਰਿਵਾਰ ਸਿੱਧੇ ਹੀ ਮਿਲਦੇ ਆ, ਜਾਂ ਜਿਹੜੇ ਯੰਗਸਟਰ ਆ ਉਹ ਆਪਸ ਚ ਸਿੱਧੇ ਹੀ ਗੱਲ ਕਰਕੇ ਆਪਣੇ ਨੇਪਰੇ ਚੜ੍ਹਦੇ ਆ। ਪਰ ਬੜੀ ਵਧੀਆ ਜੀ, ਆਪਸ ਜਿਹੜੀ ਅੰਡਰਸਟੈਂਡਿੰਗ ਹੋਏ, ਸਭ ਤੋਂ ਬੈਟਰ ਗੱਲ ਉਹ ਹੀ ਹੈ। ਬਟ ਕਹਿੰਦੇ ਵੀ ਮਾਂ-ਪਿਓ ਦੀ ਇੰਟਰਫੀਅਰੈਂਸ ਹੀ ਹੋ ਜਾਏ ਥੋੜੀ ਬਹੁਤੀ, ਔਰ ਮੈਂ ਇੰਟਰਫੀਅਰੈਂਸ ਤੋਂ ਇਹ ਗੱਲ ਕਹਿਣੀ ਚਾਹੁੰਦਾ ਕਿ ਪੋਜ਼ਿਟਿਵ ਹੋਣੀ ਚਾਹੀਦੀ ਹੈ। ਜਿਹੜੀ ਇੰਟਰਫੀਅਰੈਂਸ ਹੈ ਉਹ ਪੋਜ਼ਿਟਿਵ ਹੋਣੀ ਚਾਹੀਦੀ ਹੈ, ਨਾ ਕਿ ਕੋਈ ਐਸੀ ਹੋਏ ਕਿ ਜਿਹੜੇ ਗਲਤ ਗੱਲਾਂ ਰਿਸ਼ਤਿਆਂ ਦੇ ਵਿੱਚ ਹੁੰਦੀਆਂ ਸੀ ਅੱਜ ਤੋਂ ਵੀ 30 ਸਾਲ ਪਹਿਲੇ ਵੀ ਹੁੰਦੀਆਂ ਸੀ, ਲੈਂਡ ਦੇ ਸੀ, ਹੋਰ ਚੀਜ਼ਾਂ ਕਈ ਹੁੰਦੀਆਂ ਸੀ, ਤੇ ਉਹ ਨਹੀਂ ਹੋਣੀਆਂ ਚਾਹੀਦੀਆਂ। ਸੋ ਰਲ ਮਿਲਾ ਕੇ ਜਿਹੜੀ ਇੱਕ ਕੰਬਾਈਨਡ ਜੀ ਅਪਰੋਚ ਹੈ, ਯੰਗਸਟਰ, ਉਹਨਾਂ ਦੇ ਪੇਰੈਂਟਸ, ਉਹਨਾਂ ਦੇ ਦੋਸਤ, ਅਗਰ ਉਹ ਕੋਈ ਰਿਸ਼ਤਾ ਨੇਪਰੇ ਚੜ੍ਹਦਾ ਹੈਗਾ ਤਾਂ ਉਹਦੇ ਵਰਗੀ ਚੀਜ਼ ਕੋਈ ਨਹੀਂ ਹੈਗੀ। ਕਿਉਂਕਿ ਅਲਟੀਮੇਟਲੀ ਜਦੋਂ ਕੋਈ ਰੱਬ ਨਾ ਕਰੇ ਕੋਈ ਪੰਗਾ ਪੈ ਜਾਏ, ਤੇ ਹਰ ਬੰਦੇ ਨੂੰ ਸਿਚੁਏਸ਼ਨ ਦਾ ਪਤਾ ਹੁੰਦਾ ਕਿ ਆਹ ਰਿਸ਼ਤਾ ਜਿਹੜਾ ਕਿੰਨਾ ਸਿਚੁਏਸ਼ਨ ਤੋਂ ਹੋਇਆ, ਕਿਹੜੇ ਕਿਹੜੇ ਬੰਦੇ ਇਨਵੋਲਵ ਸੀ, ਸਾਰੇ ਸਿਰ ਜੋੜ ਕੇ ਉਹਨੂੰ ਬੈਕ ਟੂ ਦਾ ਟਰੈਕ ਲਿਆਉਣ ਦੀ ਬਹੁਤ ਮਦਦ ਕਰਦੇ ਆ। ਸੋ ਮੇਰੀ ਤੇ ਉਹ ਅਰਜ਼ ਹੈ। ਬਹੁਤ ਵਧੀਆ ਜਵੰਦਾ ਸਾਹਿਬ, ਬਹੁਤ ਵਧੀਆ। ਤੇ ਨਾਲ ਹੀ ਜਿਹੜੀ ਸਟੋਰੀ ਵਿੱਚ ਉਹ ਪਾਤਰ ਸੀ ਇੱਕ ਲੜਕੀ ਦਾ, ਹੈ ਨਾ, ਸੋ ਸੱਚੀ ਕਹਾਣੀ ਦਾ, ਕਿ ਜਿਹੜਾ ਉਹ ਲਾਲਚ ਆ ਕਿ ਕੁੜੀ ਕਿੰਨੀ ਪੜ੍ਹੀ ਆ, ਮਾਂ ਪਿਓ ਕਿੰਨੇ ਅਮੀਰ ਆ, ਰਿਚ ਆ, ਉਹ ਤੋਂ ਉੱਪਰ ਉੱਠ ਜਾਣਾ ਚਾਹੀਦਾ। ਸੋ ਸਮਾਂ ਇੱਕ ਬ੍ਰੇਕ ਦਾ ਹੋਇਆ ਜੀ, ਤੇ ਬ੍ਰੇਕ ਤੋਂ ਬਾਅਦ ਜਿਹੜੀਆਂ ਇਲੈਕਸ਼ਨ ਆ ਰਹੀਆਂ ਜੀ 20 ਸਤੰਬਰ ਨੂੰ, ਜਵੰਦਾ ਸਾਹਿਬ ਤੋਂ ਪੁੱਛਾਂਗੇ ਵਿਨੀਪੈਗ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਆਮ ਲੋਕ ਸੋਚ ਰਹੇ ਆ, ਜਦੋਂ ਵਿਚਰਦੇ ਆ ਨਾ ਲੋਕਾਂ ਨਾਲ, ਆਮ ਲੋਕਾਂ ਦੇ ਕੀ ਵਿਚਾਰ ਆ, ਉਹ ਗੱਲਾਂ ਬਾਤਾਂ ਕਰਾਂਗੇ। ਤੇ ਨਾਲ ਦੀ ਨਾਲ ਹੀ ਇੱਕ ਜਵੰਦਾ ਸਾਹਿਬ ਨੇ ਮੈਨੂੰ ਲਿਸਟਿੰਗ ਭੇਜੀ ਸੀ
ਕਹਿੰਦੇ 2 ਲੱਖ ਮਤਲਬ 2.5 ਲੱਖ ਦੇ ਕਰੀਬ ਇੱਕ ਪ੍ਰਾਪਰਟੀ ਭੇਜੀ ਸੀ ਵਿਨੀਪੈਗ ਸ਼ਹਿਰ ਦੇ ਵਿੱਚ, ਤੇ $1700 ਕਹਿੰਦੇ ਰੈਂਟ ਆ ਰਿਹਾ। ਅਗਲੇ ਭਾਗ ਦੇ ਵਿੱਚ ਗੱਲਬਾਤ ਇਸ ਤੇ ਕਰਾਂਗੇ। ਇੱਕ ਛੋਟੀ ਜੀ ਬ੍ਰੇਕ, ਅਸੀਂ ਹੁਣੀ ਗਏ ਹੁਣੀ ਵਾਪਸ ਆਏ ਜੀ।